ਵੀ ਤੂੰ ਆ ਕੀ ਕੰਮ ਕਰ ਲਿਆ। ਇਹ ਤਾਂ ਛੋਟੀ ਜਾਤ ਦੇ ਜਾਂ ਛੋਟੇ ਬੰਦਿਆਂ ਦਾ ਕੰਮ ਹੈਗਾ, ਆਪਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ। ਵੀ ਅਸੀਂ ਕਰੋਨਾ ਕਾਲ ਤੋਂ ਪਹਿਲਾਂ 100 ਬੱਕਰੀ ਐਕਸਪੋਰਟ ਕੀਤੀ ਆ ਵੀਅਤਨਾਮ ਤੋਂ ਚਾਈਨਾ ਨੂੰ। ਤੁਹਾਡੀਆਂ ਬੱਕਰੀਆਂ ਚਾਈਨਾ ਚ ਗਈਆਂ ਤੇ ਵਾਈ 에ਅਰ ਕੀ ਹੈ 2020 ਦੇ 16 ਦੇ ਵੈਚ ਇਸ ਤਰ੍ਹਾਂ ਗਏ ਸੀਗੇ, ਜਹਾਜ਼ ਰਾਹੀਂ ਗਈਆਂ। ਹਾਂਜੀ, ਜਹਾਜ਼ ਰਾਹੀਂ ਗਈਆਂ ਸੀਗੀਆਂ। ਤੇ ਅੱਜ ਅਰਨਿੰਗ ਦੀ ਗੱਲ ਕਰੀਏ ਤਾਂ ਆਪਾਂ ਬਰੀਡਿੰਗ ਦੇ ਵਿੱਚ ਅੱਜ 100 ਬੱਕਰੀ ਤੋਂ ਖਰਚਾ ਵਗੈਰਾ ਕੱਢ ਕੇ 8-9 ਲੱਖ ਰੁਪਏ ਅਰਨਿੰਗ 1 ਸਾਲ ਦੀ ਕਰ ਲੈਂਦੇ। 8-9 ਲੱਖ ਰੁਪਇਆ 100 ਬੱਕਰੀ ਸਾਲ ਦਾ ਆਪਾਂ ਨੂੰ ਦੇ ਰਹੀ ਹੈ। ਤੇ ਪੇਡ ਪ੍ਰਮੋਸ਼ਨਾਂ ਕਰਕੇ ਆਪਣੇ ਲਾਲਚ ਦੀ, ਆਪਣੇ ਸਵਾਰਥ ਲਈ ਕੀ ਕਰਦੇ ਹੈਗੇ, ਉਹ ਵੀਡੀਓ ਬਣਾ ਦਿੰਦੇ ਹੈਗੇ। ਕੀਮਤ ਉਹਦੀ ਜੇ ਪਸ਼ੂ ਦੀ ਅੱਜ 20,000 ਹੈ ਤਾਂ ਉਹਨੂੰ ਵਧਾ ਚੜਾ ਕੇ 30,000 35,000 ਦੱਸਣਗੇ, ਕਿਉਂਕਿ ਉਸ ਬੰਦੇ ਦੀ ਮਾਰਕੀਟਿੰਗ ਲਈ। ਤਾਂ ਆਪਾਂ ਉਸ ਚੀਜ਼ ਨੂੰ ਗਲਤ ਮੰਨਦੇ ਹੈਗੇ। ਕੱਚੇ ਪੈਰੋਂ ਤੁਸੀਂ ਕਦੇ ਵੀ ਕੋਈ ਕੰਮ ਸਟਾਰਟ ਨਾ ਕਰੋ। ਹਮੇਸ਼ਾ ਤੁਸੀਂ ਜੇ ਕਿਸੇ ਕੰਮ ਲਈ ਸਰਚ ਕਰ ਰਹੇ ਹੋ ਤਾਂ ਘੱਟੋ ਘੱਟ 2-3 ਮਹੀਨੇ ਉਸ ਦੀ ਸਰਚਿੰਗ ਤੇ ਲਾਓ। ਤੁਸੀਂ ਜਿਹੜਾ ਕੰਮ ਉਹ ਬੰਦੇ ਕਰਕੇ ਛੱਡ ਗਏ ਤੇ ਜਿਹੜਾ ਕੰਮ ਬੰਦੇ ਕਰੀ ਜਾਂਦੇ ਆ, ਦੋਨੇ ਬੰਦਿਆਂ ਨੂੰ ਮਿਲੋ, ਤੁਸੀਂ ਉਹਨਾਂ ਦੇ ਵਿਊ ਤੁਸੀਂ ਇਕੱਠੇ ਕਰੋ ਕਿ ਕਿਹੜਾ ਜਿਹੜਾ ਫੇਲੀਅਰ ਆ ਉਹ ਕੀ ਕਹਿ ਰਿਹਾ ਹੈਗਾ, ਉਹਨੂੰ ਘਾਟਾ ਕਿਸ ਗੱਲ ਤੋਂ ਪਿਆ, ਜਿਹੜਾ ਬੰਦਾ ਅੱਜ ਸਰਵਾਈਵ ਕਰ ਰਿਹਾ ਸਕਸੈਸ ਹੈ ਉਹ ਕਿਸ ਗੱਲ ਤੋਂ ਹੈ। ਜਿਵੇਂ ਕਿ ਅੱਜ ਆਹ ਬੱਕਰੀ 2 ਲੱਖ ਦੀ ਵਿਕ ਗਈ, ਆਹ ਬੱਕਰਾ ਅੱਜ 2.5 ਲੱਖ ਦਾ ਵਿਕ ਗਿਆ, ਉਹ ਗਲਤ ਹੈਗਾ, ਉਹ ਲੋਕਾਂ ਨੂੰ ਇੱਕ ਗੁੰਮਰਾਹ ਕਰਨ ਵਾਲੀ ਗੱਲ ਹੈ। ਤੁਸੀਂ ਗੱਲ ਕੀਤੀ ਸੀ ਕਿ ਜਿਹੜੀ ਬੱਕਰੀਆਂ ਨੂੰ ਪਾਲਣ ਦੀ ਟ੍ਰੇਨਿੰਗ ਹੈ, ਮਥੁਰਾ ਤੋਂ ਤੁਸੀਂ ਤਾਂ ਜਾ ਕੇ ਮਥੁਰਾ ਤੋਂ ਟ੍ਰੇਨਿੰਗ ਲੈ ਆਏ। ਹਾਂਜੀ, ਹੁਣ ਸਾਡੇ ਜਿਹੜੇ ਨੌਜਵਾਨ ਹੈ ਮਥੁਰਾ ਤਾਂ ਕੋਈ ਜਾਣੋ ਨਹੀਂ ਰਿਹਾ, ਹੁਣ ਤੁਸੀਂ ਵੀ ਕੋਈ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਵੀ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਹੈ ਇਸ ਕਿੱਤੇ ਵੱਲ ਆਉਣ ਤੇ ਉਹਨਾਂ ਨੂੰ ਕੋਈ ਟ੍ਰੇਨਿੰਗ ਦਾ ਕੋਈ ਪ੍ਰਬੰਧ ਕਰਦੇ ਹੋ ਤੁਸੀਂ ਇਸ ਤਰ੍ਹਾਂ ਦਾ? ਤਾਂ ਦੂਰੋਂ ਆਪਣੇ ਕੋਲ ਆਰਡਰ ਆ ਜਾਂਦੇ ਆ ਬੀਟਲ ਦੇ। ਮਹਾਰਾਸ਼ਟਰ ਹੈ, ਕਰਨਾਟਕ ਹੈ, ਗੁਜਰਾਤ ਹੈ, ਅਸਾਮ ਹੈ, ਯੂਪੀ, ਬਿਹਾਰ, ਰਾਜਸਥਾਨ, ਹਰ ਜਗ੍ਹਾ ਤੋਂ ਕੋਈ ਇਹੋ ਜਿਹੀ ਸਟੇਟ ਨਹੀਂ ਗੀ ਜਿੱਥੋਂ ਤੱਕ ਕਿ ਆਪਾਂ ਆਪਣੀਆਂ ਬੱਕਰੀਆਂ ਸੇਲ ਨਾ ਕੀਤੀਆਂ ਹੋਣੀਆਂ। ਇਹ ਸਭ ਤੋਂ ਵੱਡੀ ਪਾਵਰ ਸੋਸ਼ਲ ਮੀਡੀਆ ਦੀ ਹੀ ਰਹੀ। ਸਤਿ ਸ੍ਰੀ ਅਕਾਲ ਦੋਸਤੋ, ਟੌਪਿਕ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਮੀਤ ਸਿੰਘ। ਟੌਪਿਕ ਟੀਵੀ ਚੈਨਲ ਦੇ ਉੱਤੇ ਅੱਜ ਤੁਹਾਨੂੰ ਇੱਕ ਬਹੁਤ ਬੜਮੁੱਲੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਸੀਂ ਵੇਖ ਹੀ ਰਹੋਗੇ ਕਿ ਇੱਕ ਵੱਖਰੀ ਜਗ੍ਹਾ ਦੇ ਉੱਤੇ ਅਸੀਂ ਇਸ ਵੇਲੇ ਮੌਜੂਦ ਹਾਂ। ਤੁਹਾਨੂੰ ਮੇਰੇ ਆਸੇ-ਪਾਸੇ ਮਗਰਲੇ ਪਾਸੇ ਬੱਕਰੀਆਂ ਫਿਰਦੀਆਂ ਦਿਖਾਈ ਦੇ ਰਹੀਆਂ ਹੋਣਗੀਆਂ। ਗੱਲ ਕਰਾਂਗੇ ਬੱਕਰੀ ਪਾਲਣ ਦੇ ਉੱਤੇ। ਤੁਸੀਂ ਮੱਝਾਂ ਦੇ, ਗਾਵਾਂ ਦੇ, ਘੋੜਿਆਂ ਦੇ ਫਾਰਮ ਦੇਖੇ ਹੋਣਗੇ। ਅੱਜ ਤੁਹਾਨੂੰ ਅਸੀਂ ਇੱਕ ਬੱਕਰੀਆਂ ਦਾ ਫਾਰਮ ਦਿਖਾਵਾਂਗੇ। MSc ਐਗਰੀਕਲਚਰ ਦੀ ਪੜ੍ਹਾਈ ਕਰਕੇ ਇੱਕ ਨੌਜਵਾਨ ਨੇ ਬੱਕਰੀਆਂ ਪਾਲਣੀਆਂ ਸ਼ੁਰੂ ਕੀਤੀਆਂ ਤੇ ਬੱਕਰੀਆਂ ਦਾ ਫਾਰਮ ਬਣਾਇਆ। ਅਲੱਗ-ਅਲੱਗ ਨਸਲਾਂ ਦੀਆਂ ਮਹਿੰਗੀਆਂ ਬੱਕਰੀਆਂ ਪਾਲ ਰਹੇ ਆ, ਬੱਕਰੀਆਂ ਦਾ ਵਪਾਰ ਵੀ ਕਰ ਰਹੇ ਆ। ਤੇ ਇਸ ਵੇਲੇ ਉਸ ਨੌਜਵਾਨ ਦੇ ਨਾਲ ਤੁਹਾਨੂੰ ਅਸੀਂ ਰੂਬਰੂ ਕਰਵਾਵਾਂਗੇ। ਮੇਰੇ ਨਾਲ ਮੌਜੂਦ ਨੇ ਬਾਈ ਰਾਜਪ੍ਰੀਤ ਸਿੰਘ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਟੌਪਿਕ ਟੀਵੀ ਚੈਨਲ ਤੇ ਸਭ ਤੋਂ ਪਹਿਲਾਂ ਤੁਹਾਡਾ ਅਸੀਂ ਸਵਾਗਤ ਕਰਾਂਗੇ। ਧੰਨਵਾਦ ਜੀ। ਬਾਈ ਜੀ, MSc ਦੀ ਪੜ੍ਹਾਈ ਤੁਸੀਂ ਕਰਕੇ ਉਸ ਤੋਂ ਬਾਅਦ ਬੱਕਰੀਆਂ ਪਾਲਣੀਆਂ ਸ਼ੁਰੂ ਕਰਤੀਆਂ, ਇਹ ਕਿੰਨਾ ਕੁ ਲਾਹਾ ਇਹਦੇ ਵਿੱਚ ਦੱਸਿਆ ਜਾਂ ਸ਼ੌਂਕ ਸੀਗਾ ਬੱਕਰੀਆਂ ਪਾਲਣ ਦਾ? ਦੇਖੋ ਜੀ, ਆਪਣਾ ਮਤਲਬ ਜਦੋਂ ਸਟੱਡੀ ਕੀਤੀ, ਆਪਾਂ ਸਟੱਡੀ ਦੇ ਨਾਲ ਕੀ ਹੈ ਆਪਣਾ ਇੰਟਰਸਟ ਸੀਗਾ ਫਾਰਮਿੰਗ ਕਰਨੀ। ਸਟਾਰਟਿੰਗ ਦੇ ਵਿੱਚ ਜਦੋਂ BSc ਚੱਲ ਰਹੀ ਸੀ ਤਾਂ ਮੈਂ ਤੇ ਮੇਰੇ ਪਾਰਟਨਰ ਨੇ ਸੰਦੀਪ ਨੇ ਅਸੀਂ ਇੱਕ ਡਿਸੀਜਨ ਲੈਤਾ ਕਿ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਕੋਈ ਨਾ ਕੋਈ ਆਪਣਾ ਧੰਦਾ ਕੀਤਾ ਜਾਵੇ, ਕੰਮ ਕੀਤਾ ਜਾਵੇ। ਪਹਿਲਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਅਸੀਂ ਕਾਫੀ ਮਤਲਬ ਪ੍ਰਯਾਸ ਕੀਤੇ, ਸਾਨੂੰ ਮਤਲਬ ਕੋਈ ਸਫਲਤਾ ਹੱਥ ਨਾ ਲੱਗੀ। ਤਾਂ ਫਿਰ ਆਖਿਰ ਦੇ ਵਿੱਚ ਸਾਨੂੰ ਕਿਸੇ ਬੰਦੇ ਨੇ ਸਲਾਹ ਦਿੱਤੀ, ਸਾਡੇ ਰਿਸ਼ਤੇਦਾਰ ਨੇ, ਕਿ ਤੁਸੀਂ ਖੇਤੀਬਾੜੀ ਦੇ ਨਾਲ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰੋ। ਤਾਂ ਅਸੀਂ ਇਸ ਦੀ ਟ੍ਰੇਨਿੰਗ ਲੈਣ ਮਥੁਰਾ ਚਲੇ ਗਏ, ਜਿੱਥੇ ਕਿ CIRG ਤੁਸੀਂ ਗੂਗਲ ਤੇ ਸਰਚ ਕਰੋਗੇ, ਸੈਂਟਰਲ ਇੰਸਟੀਚਿਊਟ ਫਾਰ ਰਿਸਰਚ ਔਨ ਗੋਟ, ਬੱਕਰੀ ਅਨੁਸੰਧਾਨ ਕੇਂਦਰ, ਜਿਹੜਾ ਕਿ ਮਥੁਰਾ ਦੇ ਵਿੱਚ ਹੈ, UP ਦੇ ਵਿੱਚ। ਉੱਥੋਂ ਅਸੀਂ ਦੋਨਾਂ ਨੇ ਟ੍ਰੇਨਿੰਗ ਲੈ ਕੇ ਤੇ ਆਪਣਾ ਕੰਮ ਇਹ ਸਟਾਰਟ ਕੀਤਾ ਸੀਗਾ ਜੀ। ਉੱਤਰ ਪ੍ਰਦੇਸ਼ ਦੇ ਵਿੱਚੋਂ ਤੁਸੀਂ ਬੱਕਰੀਆਂ ਪਾਲਣ ਦੀ ਟ੍ਰੇਨਿੰਗ ਲੈ ਕੇ ਆਏ। ਹਾਂਜੀ। ਉਸ ਤੋਂ ਬਾਅਦ ਕਿੰਨੀਆਂ ਕੁ ਬੱਕਰੀਆਂ, ਇੱਕ ਵਾਰੀ ਜਦੋਂ ਤੁਸੀਂ ਸਟਾਰਟ ਕੀਤਾ ਸੀ ਕੰਮ, ਕਿੰਨੀਆਂ ਕੁ ਬੱਕਰੀਆਂ ਖਰੀਦੀਆਂ, ਕਿੰਨੀਆਂ ਕੁ ਖਰਚਾ ਕਿੰਨਾ ਕੁ ਕੀਤਾ ਉਹਨਾਂ ਤੇ? ਦੇਖੋ, ਸਟਾਰਟਿੰਗ ਦੇ ਵਿੱਚ ਜਿਵੇਂ ਅਸੀਂ ਟ੍ਰੇਨਿੰਗ ਲੈਣ ਤੋਂ ਬਾਅਦ ਸਾਡੀ 8 ਦਿਨਾਂ ਦੀ ਟ੍ਰੇਨਿੰਗ ਸੀਗੀ। ਅਸੀਂ ਉੱਥੇ ਬਹੁਤ ਕੁਝ ਸਿੱਖਿਆ ਕਿ ਲੋਕ ਇਸ ਨੂੰ ਛੋਟਾ ਕੰਮ ਮੰਨਦੇ ਸੀਗੇ। ਜਦੋਂ ਅਸੀਂ ਇੱਥੇ ਸਟਾਰਟ ਕੀਤਾ, ਲੋਕਾਂ ਨੇ ਸਾਨੂੰ ਬਹੁਤ ਝੇਡਾਂ ਕੀਤੀਆਂ, ਠੀਕ ਹੈ, ਬੁਰਾ ਭਲਾ ਬੋਲੇ ਵੀ ਤੁਸੀਂ ਇੰਨੀ ਸਟੱਡੀ ਕਰਕੇ ਇਹ ਕੰਮ ਕੀ ਕਰਨ ਜਾ ਰਹੇ ਹੋਗੇ। ਤਾਂ ਅਸੀਂ ਮਤਲਬ ਸਟਾਰਟਿੰਗ ਦੇ ਵਿੱਚ ਜਦੋਂ ਫਾਰਮ ਬਣਾਇਆ ਆ ਕੇ ਪੂਰਾ ਮੋਟੀਵੇਟ ਹੋਏ ਸੀ ਇਹ ਕੰਮ ਨੂੰ, ਕਿ ਇਸ ਕੰਮ ਨੂੰ ਛੋਟਾ ਕੰਮ ਨਹੀਂ ਕਰਨਾ, ਆਪਾਂ ਇੱਕ ਬਿਜ਼ਨਸ ਤੇ ਲੈ ਕੇ ਜਾਣਾ ਹੈਗਾ। ਤਾਂ ਅਸੀਂ ਸਟਾਰਟਿੰਗ ਦੇ ਵਿੱਚ ਜਿਵੇਂ ਆਪਣੇ ਏਰੀਆ ਦੇ ਵਿੱਚ ਆਪਾਂ ਪੰਜਾਬ ਹਰਿਆਣਾ ਤੋਂ ਬਿਲੋਂਗ ਕਰਦੇ ਹਾਂ, ਨਾਰਥ ਬੈਲਟ ਦੇ ਵਿੱਚ ਆ, ਤਾਂ ਇੱਥੋਂ ਅਸੀਂ ਇੱਕ ਆਪਣੀ ਪੰਜਾਬ ਦੀ ਜਿਹੜੀ ਨਸਲ ਹੈ ਮਸ਼ਹੂਰ ਆ, ਤੁਸੀਂ ਦੇਖ ਰਹੇ ਹੋ ਆਪਣੇ ਪਿੱਛੇ ਬੱਕਰੀਆਂ ਖੜੀਆਂ, ਬੀਟਲ ਨਸਲ ਦੀਆਂ ਅਸੀਂ 10 ਬੱਕਰੀਆਂ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਜੀ। ਕੋਈ ਵੀ ਕੰਮ ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਹਾਂਜੀ, ਪਸ਼ੂ ਪਾਲਣ ਦਾ ਕਿੱਤਾ ਜਿਹੜਾ ਇਹੋ ਜਿਹਾ ਹੈ ਵੀ ਪਸ਼ੂਆਂ ਦੇ ਵਿੱਚ ਬਿਮਾਰੀਆਂ ਨਿੱਤ ਨਵੀਆਂ ਆਉਂਦੀਆਂ।
ਉਹ ਬਿਮਾਰੀਆਂ ਦੇ ਨਾਲ ਕਿਵੇਂ ਨਜਿੱਠਦੇ ਹੋ? ਬੱਕਰੀ ਤਾਂ ਇਹੋ ਜਿਹਾ ਜਾਨਵਰ ਹੈ ਵੀ ਇਹਦੇ ਬਾਰੇ ਤਾਂ ਜ਼ਿਆਦਾ ਜਾਣਕਾਰੀ ਆਪਣੇ ਕਿਸਾਨਾਂ ਨੂੰ ਹੁੰਦੀ ਨਹੀਂ। ਹਾਂਜੀ, ਇਹਦੀਆਂ ਬਿਮਾਰੀਆਂ ਬਾਰੇ ਫਿਰ ਕਿੰਨੀਆਂ ਕੁ ਬਿਮਾਰੀਆਂ ਇਹਦੇ ਵਿੱਚ ਆਉਂਦੀਆਂ ਤੇ ਕਿਵੇਂ ਉਹਨਾਂ ਤੋਂ ਬਚਾਅ ਕਰਦੇ ਹੋ ਫਿਰ? ਦੇਖੋ ਜੋ ਅਸੀਂ ਸਿੱਖਿਆ ਟ੍ਰੇਨਿੰਗ ਦੇ ਵਿੱਚ ਤੇ ਉਸ ਚੀਜ਼ਾਂ ਨੂੰ ਅਸੀਂ ਇੱਥੇ ਫੋਲੋ ਕੀਤਾ, ਉਹਨਾਂ ਨੂੰ ਅਪਲਾਈ ਕੀਤਾ। ਦੇਖੋ ਬਿਮਾਰੀਆਂ ਜਿਵੇਂ ਇਨਸਾਨਾਂ ਦੇ ਵਿੱਚ ਵੀ ਹੈ, ਹੋਰ ਜਾਨਵਰਾਂ ਦੇ ਵਿੱਚ ਹੀ ਹੈ, ਸੇਮ ਹੀ ਜਿਹੜਾ ਗੋਟ ਫਾਰਮਿੰਗ ਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਤੇ ਫਾਰਮਰ ਅੱਜ ਵੀ ਸਾਡੇ ਨਾਲ ਜਿਵੇਂ ਜੁੜੇ ਹੋਏ ਆ। ਪਿਛਲੇ ਅਸੀਂ ਇਹ ਕਿੱਤਾ ਜਿਹੜਾ 5.5 ਸਾਲਾਂ ਤੋਂ ਕਰ ਰਹੇ ਹੈਗੇ। 2017 ਦੇ ਵਿੱਚ ਅਸੀਂ ਸਟਾਰਟ ਕੀਤਾ ਸੀਗਾ, ਤਾਂ ਲੋਕਾਂ ਨੂੰ ਜਿਵੇਂ ਉਦੋਂ ਵੀ ਦਿੱਕਤਾਂ ਆਉਂਦੀਆਂ ਸੀਗੀਆਂ, ਉਹਨਾਂ ਦੇ ਜਾਨਵਰਾਂ ਦਾ ਨੁਕਸਾਨ ਹੁੰਦਾ ਸੀਗਾ ਤੇ ਅੱਜ ਵੀ ਉਹ ਸੇਮ ਚੱਲ ਰਿਹਾ ਹੈਗਾ। ਤਾਂ ਅਸੀਂ ਜਦੋਂ ਟ੍ਰੇਨਿੰਗ ਕਰਕੇ ਇਹਨਾਂ ਬਾਰੇ, ਇਹਨਾਂ ਦੀਆਂ ਬਿਮਾਰੀਆਂ ਬਾਰੇ ਬਹੁਤ ਕੁਝ ਸਿੱਖਿਆ। ਇਹਨਾਂ ਦੇ ਵਿੱਚ ਮੇਨ 3-4 ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ, ਜਿਵੇਂ ਆਪਾਂ ਵੱਡੇ ਪਸ਼ੂਆਂ ਦੇ ਵਿੱਚ ਡੇਅਰੀ ਫਾਰਮਿੰਗ ਦੇ ਵਿੱਚ ਦੇਖਦੇ ਹਾਂ ਮੂੰਹ ਖੁਰ ਦੀ ਬਿਮਾਰੀ ਹੈ, ਸੇਮ ਬਿਮਾਰੀ ਇਹਨਾਂ ਦੇ ਵਿੱਚ ਵੀ ਆਉਂਦੀ ਹੈ। FMD ਇਹਨਾਂ ਦੇ ਵਿੱਚ ਵੀ ਆਉਂਦਾ ਹੈਗਾ। ਇੰਟੈਰੋਟੌਕਸੀਮੀਆ ਜਿਹੜਾ ਕਿ ਆਂਤਾਂ ਦਾ ਜ਼ਹਿਰ ਹੈ, ਉਹ ਬਹੁਤ ਹੀ ਵੱਡੀ ਬਿਮਾਰੀ ਹੈ, ਉਹ ਬੱਕਰੀਆਂ ਦੇ ਵਿੱਚ ਆਉਂਦਾ, ਜਿਹੜਾ ਕਿ ਅਟੈਕ ਕਰਦਾ ਬਿਲਕੁਲ ਤੰਦਰੁਸਤ ਜਾਨਵਰ ਨੂੰ। ਤੀਜੀ ਬਿਮਾਰੀ ਇਹਨਾਂ ਦੇ ਵਿੱਚ ਆਉਂਦੀ ਹੈ ਜੀ PPR ਦੀ। PPR ਬੱਕਰੀ ਪਲੇਗ ਰੋਗ ਹੈਗਾ, ਜਿਹੜਾ ਕਿ ਇੱਕ ਬੱਕਰੀ ਤੋਂ ਦੂਜਿਆਂ ਨੂੰ ਬਹੁਤ ਜਲਦੀ ਸਪਰੈਡ ਹੋ ਜਾਂਦਾ, ਫੈਲ ਜਾਂਦਾ ਹੈਗਾ। ਉਹਦਾ ਕਾਰਨ ਬੱਕਰੀ ਦਾ ਸਟ੍ਰੈਸ ਦੇ ਵਿੱਚ ਆਉਣਾ, ਜਾਂ ਮਤਲਬ ਆਪਾਂ ਬਾਹਰੋਂ ਬੱਕਰੀ ਲੈ ਆਉਂਦੇ ਆ ਤਾਂ ਉਹਦੀ ਵੈਕਸੀਨ ਨਹੀਂ ਲੱਗੀ ਹੁੰਦੀ, ਤਾਂ ਉਹ ਆ ਕੇ ਜਦੋਂ ਆਪਾਂ ਬਾੜੇ ਦੇ ਵਿੱਚ ਲਿਆਉਂਦੇ ਹਾਂ ਤਾਂ ਬਿਮਾਰ ਹੋ ਜਾਂਦੀ ਹੈ, ਬੁਖਾਰ ਚੜ ਜਾਂਦਾ। ਇਸ ਤਰ੍ਹਾਂ ਦੇ ਬਹੁਤ ਸਿੰਪਟਮ ਹੁੰਦੇ ਆ। ਇੱਕ ਜਿਵੇਂ ਆਪਾਂ ਹੁਣ ਬਿਮਾਰੀ ਬਾਰੇ ਸੁਣ ਰਹੇ ਹਾਂ, ਲੰਪੀ ਸਕਿਨ ਹੈ ਗਾਂਆਂ ਦੇ ਵਿੱਚ, ਮੱਝਾਂ ਦੇ ਵਿੱਚ। ਇਹਦੇ ਵਿੱਚ ਵੀ ਗੋਟ ਤੇ ਸ਼ੀਪ ਪੌਕਸ ਦੀ ਇੱਕ ਬਿਮਾਰੀ ਹੁੰਦੀ ਹੈ ਜੀ। ਤਾਂ ਇਹ ਮੇਨ 4 ਬਿਮਾਰੀਆਂ ਜਿਹੜੀਆਂ ਬੱਕਰੀ ਪਾਲਣ ਦੇ ਵਿੱਚ ਜਿਨ੍ਹਾਂ ਦਾ ਫਾਰਮਰ ਨੂੰ ਸਾਹਮਣਾ ਕਰਨਾ ਪੈਂਦਾ, ਤੇ ਉਹ ਚੀਜ਼ਾਂ ਬਾਰੇ ਅਸੀਂ ਸਟਾਰਟਿੰਗ ਦੇ ਵਿੱਚ ਪੜ੍ਹਿਆ ਸੀਗਾ, ਸਿੱਖਿਆ ਸੀਗਾ, ਥਿਓਰੀ ਚ ਇਹਨਾਂ ਬਾਰੇ ਮਤਲਬ ਸਰਚ ਕੀਤਾ ਸੀਗਾ। ਤੇ ਜਿੱਥੋਂ ਮਥੁਰਾ ਦੇ ਵਿੱਚ UP ਚ ਟ੍ਰੇਨਿੰਗ ਕਰਕੇ ਆਏ ਸੀ ਸਾਇੰਟਿਸਟ ਹੈ, ਮਤਲਬ ਉਹਨਾਂ ਨੇ ਰਿਸਰਚ ਕੀਤੀ ਹੈ ਇਹਨਾਂ ਚੀਜ਼ਾਂ ਦੇ ਉੱਤੇ, ਤਾਂ ਉਹਨਾਂ ਨੇ ਸਾਨੂੰ ਇਹਦੇ ਬਾਰੇ ਸਿਖਾਇਆ ਸੀਗਾ। ਤਾਂ ਉਸ ਚੀਜ਼ ਦੀ ਅਸੀਂ ਸਾਰੀ ਇੱਥੇ ਵੈਕਸੀਨ ਕਰਦੇ ਰਹੇ, ਤਾਂ ਅਸੀਂ ਅੱਜ ਇਸ ਲੈਵਲ ਤੇ ਪਹੁੰਚੇ ਹੈਗੇ। ਨਸਲ ਦੀ ਜੇਕਰ ਗੱਲ ਕਰੀਏ, ਬੱਕਰੀਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਨਸਲਾਂ, ਕਿਸੇ ਦੇ ਸ਼ਕਲਾਂ ਦਾ ਫਰਕ ਹੈ, ਕਿਸੇ ਦੇ ਕੱਦ ਕਾਠ ਦਾ, ਕਿਸੇ ਦੇ ਕੰਨਾਂ ਦਾ। ਸ਼ਕਲਾਂ ਦੀ ਪਹਿਚਾਣ, ਇਹਨਾਂ ਦੀ ਨਸਲ ਦੀ ਪਹਿਚਾਣ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਤੇ ਕਿਹੜੀ ਨਸਲ ਹੈ ਜਿਹੜੀ ਉਹ ਸਾਡੇ ਪੰਜਾਬ ਤੇ ਹਰਿਆਣੇ ਦੇ ਵਾਤਾਵਰਨ ਦੇ ਵਿੱਚ ਰਹਿ ਕੇ ਚੰਗਾ ਮੁਨਾਫਾ ਜਿਹੜਾ ਕਿਸਾਨਾਂ ਨੂੰ ਦੇ ਸਕਦੀ ਹੈ? ਦੇਖੋ ਅੱਜ ਪੂਰੇ ਇੰਡੀਆ ਦੇ ਵਿੱਚ ਦੇਖੀਏ ਤਾਂ 28 ਤੋਂ ਮਤਲਬ 29 ਬਰੀਡਸ ਇਹੋ ਜਿਹੀਆਂ ਜਿਹੜੀਆਂ ਕਿ ਰਜਿਸਟਰ ਹੈਗੀਆਂ ਬੱਕਰੀਆਂ ਦੀਆਂ। ਕੋਈ ਮਤਲਬ ਆਪਾਂ ਦੇਖ ਸਕਦੇ ਹਾਂ ਕਿ ਸਾਊਥ ਦੇ ਵਿੱਚ ਪਾਈ ਜਾਂਦੀਆਂ, ਕੁਛ ਨਾਰਥ ਇੰਡੀਆ ਚ ਪਾਈਆਂ ਜਾਂਦੀਆਂ, ਕੁਛ ਹਿਲੀ ਸਟੇਸ਼ਨ ਜਿਵੇਂ ਕਿ ਆਪਾਂ ਉੱਤਰਾਖੰਡ ਦੇਖੀਏ, ਜੰਮੂ ਕਸ਼ਮੀਰ ਦੇਖੀਏ, ਇੱਧਰ ਪਾਈਆਂ ਜਾਂਦੀਆਂ। ਪਰ ਹਰੇਕ ਬੱਕਰੀ ਕੀ ਹੈ, ਹਰੇਕ ਜਗ੍ਹਾ ਤੇ ਸਰਵਾਈਵ ਨਹੀਂ ਕਰ ਪਾਉਂਦੀ। ਆਪਣੇ ਕਲਾਈਮੇਟ ਦੇ ਹਿਸਾਬ ਨਾਲ ਕਿਸੇ ਨੂੰ ਗਰਮੀ ਦੀ ਜ਼ਿਆਦਾ ਜ਼ਰੂਰਤ ਹੈ, ਕਿਸੇ ਨੂੰ ਠੰਡ ਦੀ ਜ਼ਰੂਰਤ ਹੈ, ਤਾਂ ਉਸ ਹਿਸਾਬ ਦੇ ਕਲਾਈਮੇਟ ਨਾਲ ਇਹ ਪਲਦੀ ਹੈਗੀ। ਜੇ ਅੱਜ ਨਾਰਥ ਇੰਡੀਆ ਦੇ ਹਿਸਾਬ ਨਾਲ ਗੱਲ ਕਰੀਏ, ਆਪਾਂ ਪੰਜਾਬ ਹਰਿਆਣਾ ਦੇ ਵਿੱਚ ਜਾਂ UP ਦੇ ਵਿੱਚ, ਗੁਜਰਾਤ ਦੇ ਵਿੱਚ, ਆਪਣਾ ਰਾਜਸਥਾਨ ਦੇ ਵਿੱਚ, ਤਾਂ ਇੱਥੇ ਜਿਹੜੀਆਂ ਸਭ ਤੋਂ ਜ਼ਿਆਦਾ ਫਾਰਮਿੰਗ ਲਈ ਮਤਲਬ ਕਾਮਯਾਬ ਬਰੀਡ ਹੈਗੀਆਂ, ਇਹਨਾਂ ਦੇ ਵਿੱਚ ਬੀਟਲ, ਸਿਰੋਈ, ਬਰਬਰੀ, ਜਮਨਾਪਰੀ, ਸੋਜਤ, ਜਖਰਾਣਾ, ਇਹ ਬਹੁਤ ਸਾਰੀਆਂ ਬਰੀਡਸ ਆ ਜਾਂਦੀਆਂ ਇਹੋ ਜਿਹੀਆਂ ਜਿਨ੍ਹਾਂ ਦੀ ਆਪਾਂ ਫਾਰਮਿੰਗ ਕਰਕੇ ਵਧੀਆ ਮੁਨਾਫਾ ਕਮਾ ਸਕਦੇ ਹਾਂ। ਆਪਣੇ ਫਾਰਮ ਦੇ ਉੱਤੇ ਕਿਹੜੀਆਂ ਬੱਕਰੀਆਂ ਰੱਖੀਆਂ ਨੇ? ਦੇਖੋ ਆਪਾਂ ਜਿਵੇਂ ਬਿਲੋਂਗ ਕਰਦੇ ਹਾਂ ਜੀ ਹਰਿਆਣਾ ਤੋਂ, ਟੱਚ ਤੇ ਆਪਣੇ ਬਿਲਕੁਲ ਨਜ਼ਦੀਕ ਹੀ ਪੰਜਾਬ ਦਾ ਬਾਰਡਰ ਆ ਜਾਂਦਾ ਹੈਗਾ, ਤਾਂ ਆਪਾਂ ਪੰਜਾਬ ਦੀ ਹੀ ਬਰੀਡ ਰੱਖੀ ਹੋਈ ਹੈਗੀ। ਟ੍ਰੇਨਿੰਗ ਕਰਕੇ ਆਪਾਂ ਉੱਥੋਂ ਜਦੋਂ ਆਏ, ਸਾਨੂੰ ਬਰੀਡ ਬਾਰੇ ਬਿਲਕੁਲ ਵੀ ਮਤਲਬ ਇੰਨੀ ਬੀਟਲ ਵਾਲੇ ਨੌਲੇਜ ਨਹੀਂ ਸੀ। ਸਾਨੂੰ ਜੋ ਸਿਖਾਇਆ ਗਿਆ ਸੀਗਾ, ਉਧਰ ਹੋਰ ਨਸਲਾਂ ਬਾਰੇ ਸਟੱਡੀ ਕਰਵਾਈ ਗਈ ਸੀਗੀ, ਜਿਵੇਂ ਕਿ ਜਮਨਾਪਰੀ ਬਾਰੇ ਦੱਸਿਆ ਗਿਆ ਸੀਗਾ, ਇੱਕ ਛੋਟੀ ਬਰੀਡ ਹੁੰਦੀ ਹੈ ਬਰਬਰੀ, ਉਹਦੇ ਬਾਰੇ ਸਰਚ ਕੀਤਾ ਸੀਗਾ। ਪਰ ਇਹ ਬੀਟਲ ਬਾਰੇ ਆਪਾਂ ਅੱਜ ਤੱਕ ਦੇਖੀ ਨਹੀਂ ਸੀਗੀ। ਜਦੋਂ ਆਪਣੇ ਫੀਲਡ ਦੇ ਵਿੱਚ ਆਏ, ਆਪਣੀ ਜਿਹੜੀ ਲੋਕਲ ਬਰੀਡ ਸੀ ਉਸ ਤੋਂ ਆਪਾਂ ਸਟਾਰਟ ਕੀਤਾ ਕੰਮ। ਤਾਂ ਇਹ ਬੱਕਰੀਆਂ ਅਸੀਂ ਸਟਾਰਟਿੰਗ 'ਚ ਜਿਹੜੀਆਂ ਬੀਟਲ ਨਸਲ ਦੀਆਂ ਉਹ 10 ਲੈ ਕੇ ਆਏ ਸੀਗੇ। ਤਾਂ ਇਹਦੇ ਵਿੱਚ ਅਸੀਂ ਇਹੀ ਪ੍ਰੋਫਿਟ ਦੇਖਿਆ ਕਿ ਜਿਹੜੀ ਇਹ ਬੀਟਲ ਨਸਲ ਹੈਗੀ, ਇੰਡੀਆ ਦੇ ਵਿੱਚੋਂ ਇੱਕ ਇਕੱਲੀ ਇਹੋ ਜਿਹੀ ਬਰੀਡ ਹੈ ਜਿਹੜੀ ਕਿ ਆਪਾਂ ਤਿੰਨੋਂ ਪਰਪਸ ਲਈ ਯੂਜ਼ ਕਰਦੇ ਹਾਂ ਜੀ। ਜਿਵੇਂ ਇਹਨੂੰ ਮੀਟ ਪਰਪਸ ਲਈ ਵੀ ਵਰਤਿਆ ਜਾਂਦਾ ਹੈ। ਦੁੱਧ ਦੀ ਗੱਲ ਕਰੀਏ ਤਾਂ ਸਾਰੀਆਂ ਇੰਡੀਆ ਦੀਆਂ ਨਸਲਾਂ ਨਾਲੋਂ ਇਹਦੇ ਵਿੱਚ ਦੁੱਧ ਦੀ ਕਪੈਸਿਟੀ ਜ਼ਿਆਦਾ ਹੁੰਦੀ ਹੈ ਦੁੱਧ ਦੇਣ ਦੀ। ਕਿੰਨਾ ਕੁ ਦੁੱਧ ਦੇ ਦਿੰਦੀ ਹੈ? ਦੇਖੋ ਐਵਰੇਜ ਇਹ ਜੀ ਮਤਲਬ ਆਪਾਂ ਫਾਰਮਿੰਗ ਕਰਦੇ ਆਂਗੇ, ਚਾਹੇ ਆਪਾਂ ਸਟਾਲ ਫੀਡਿੰਗ ਤੇ ਰੱਖਦੇ ਆਂ, ਚਾਹੇ ਆਪਾਂ ਗ੍ਰੇਜਿੰਗ ਤੇ ਲੈ ਕੇ ਜਾਂਦੇ ਹਾਂ, ਤਾਂ ਇਹ ਨਾਰਮਲੀ ਆਪਾਂ ਨੂੰ ਐਵਰੇਜ 2 ਤੋਂ 3 ਲੀਟਰ ਤੱਕ ਦੁੱਧ ਇੱਕ ਪ੍ਰੋਡਿਊਸ ਕਰਦੀ ਹੈ ਇੱਕ ਬੱਕਰੀ ਤੋਂ ਪਰ ਡੇ ਦਾ।
ਤੇ ਤੀਸਰਾ ਆਪਣਾ ਸੀਗਾ ਬਰੀਡਿੰਗ ਲਈ। ਅੱਗੇ ਆਪਾਂ ਇਹਨਾਂ ਦੇ ਜਿਹੜੇ ਤੁਸੀਂ ਸੁਣਿਆ ਹੋਣਾ ਕੁਰਬਾਨੀ ਦੇ ਟਾਈਮ ਬੱਕਰੇ ਵਿਕਦੇ ਹੈਗੇ, ਕਾਫੀ ਹੈਵੀ weight ਦੇ ਹੋ ਜਾਂਦੇ ਆ, ਹਾਈਟ ਵਾਲੇ ਹੋ ਜਾਂਦੇ ਆ, ਤਾਂ ਉਹ ਇਹੀ ਆਪਣੀ ਪੰਜਾਬ ਦੀ ਜਿਹਨੂੰ ਅੰਮ੍ਰਿਤਸਰੀ ਬੱਕਰੀ ਵੀ ਕਹਿ ਦਿੰਦੇ ਆ, ਧਨੌਲੇ ਵਾਲੀ ਬੱਕਰੀ ਵੀ ਕਹਿ ਦਿੰਦੇ ਆ, ਤੇ ਆਪਾਂ ਇਹਦਾ ਇੰਗਲਿਸ਼ ਦੇ ਵਿੱਚ ਬੀਟਲ ਕਹਿ ਦਿੰਦੇ ਆ ਨਾਮ। ਤਾਂ ਇਹੀ ਆਪਣੇ ਸਭ ਤੋਂ ਵਧੀਆ ਕਾਮਯਾਬ ਹੈ, ਕਲਾਈਮੇਟ ਦੇ ਹਿਸਾਬ ਨਾਲ ਸ਼ੂਟ ਕਰਦੀ ਹੈ, ਇਹਦੀ ਮਾਰਕੀਟ ਡਿਮਾਂਡ ਪੂਰੇ ਇੰਡੀਆ ਦੇ ਵਿੱਚ ਚੰਗੀ ਹੈ, ਜਿੱਥੋਂ ਕਿ ਇਹਦਾ ਕਲਾਈਮੇਟ ਇਹਨੂੰ ਸ਼ੂਟ ਕਰਦਾ ਹੈ, ਜਿੱਥੇ ਸਰਵਾਈਵਲ ਇਹਦਾ ਚੰਗਾ ਹੈ। ਬੱਕਰੀਆਂ ਦੇ ਤੁਸੀਂ ਦੁੱਧ ਤੇ ਕੰਮ ਕਰ ਰਹੇ ਹੋ ਜਾਂ ਇਹਨਾਂ ਨੂੰ ਮੀਟ ਲਈ ਵੇਚ ਰਹੇ ਹੋ ਜਾਂ ਬਰੀਡ ਤੇ ਕੰਮ ਕਰ ਰਹੇ ਹੋ? ਦੇਖੋ ਸਾਡਾ ਪਿਛਲੇ 5 ਸਾਲਾਂ 5.5 ਸਾਲਾਂ ਤੋਂ ਜਿਹੜਾ ਫੋਕਸ ਰਿਹਾ ਉਹ ਬਰੀਡ ਦੇ ਉੱਪਰ ਹੀ ਰਿਹਾ ਹੈ। ਦੁੱਧ ਦੀ ਗੱਲ ਕਰੀਏ ਤਾਂ ਇੱਥੇ ਦੁੱਧ ਦੀ ਇੰਨੀ ਕੋਈ ਜ਼ਿਆਦਾ ਵੈਲਿਊ ਨਹੀਂ, ਕਿਉਂਕਿ ਆਪਣੇ ਆਸ-ਪਾਸ ਡੈਰੀ ਫਾਰਮ ਬਹੁਤ ਹੈ। ਦੁੱਧ ਤਾਂ ਗਾਈਆਂ ਮੱਝਾਂ ਦਾ ਵੀ ਇੱਥੇ 30-40-50 ਰੁਪਏ ਲੀਟਰ ਮੈਕਸਿਮਮ ਵਿਕ ਰਿਹਾ ਹੈਗਾ। ਤਾਂ ਉਹੀ ਦੁੱਧ ਤੇ ਆਪਾਂ ਜੇ ਇਹਨਾਂ ਦੀ ਬਰੀਡ ਤਿਆਰ ਕਰੀਏ, ਇਹਨਾਂ ਦੇ ਬੱਚੇ ਤਿਆਰ ਕਰੀਏ, ਤਾਂ ਆਪਾਂ ਨੂੰ ਬਰੀਡ ਵੇਚ ਕੇ ਜ਼ਿਆਦਾ ਅਰਨਿੰਗ ਆ ਰਹੀ ਹੈ ਜੀ। ਤਾਂ ਮੀਟ ਦੇ ਵਿੱਚ ਦੇਖੀਏ ਤਾਂ ਲੋਕਲ ਬਰੀਡ ਹੁੰਦੀ ਹੈ। ਲੋਕਲ ਕੀ ਹੈ, ਜੇ ਆਪਾਂ ਆਪਣੇ ਤੋਂ ਖਟੀਕ ਲੈ ਕੇ ਜਾਂਦਾ, ਕਸਾਈ ਲੈ ਕੇ ਜਾਂਦੇ ਹੈਗੇ ਲੋਕਲ, ਜਿਹੜੇ ਕਿ ਆਪਣੇ ਮੰਡੀਆਂ ਦੇ ਵਿੱਚ ਆਪਾਂ ਨੂੰ ਗੋਸ਼ਟ ਮਿਲਦਾ ਹੈਗਾ, ਖਾਣ ਲਈ ਮੀਟ ਲਈ ਵਰਤੀਆਂ ਜਾਂਦੀਆਂ, ਤਾਂ ਉਹ ਹੋਰ ਬਥੇਰੀਆਂ ਕ੍ਰਾਸ ਬਰੀਡ ਮਾਰਕੀਟ ਦੇ ਵਿੱਚ ਹੈਗੀਆਂ। ਤਾਂ ਆਪਾਂ ਨੂੰ ਜੇ ਆਪਾਂ ਚੰਗੀ ਨਸਲ ਰੱਖੀ ਹੋਈ ਹੈ ਤਾਂ ਇੱਥੇ ਆਪਣੇ ਇਸ ਜ਼ੋਨ ਦੇ ਹਿਸਾਬ ਨਾਲ ਤਾਂ ਆਪਾਂ ਨੂੰ ਬਰੀਡ ਦੇ ਉੱਪਰ ਕੰਮ ਕਰਨ 'ਚ ਫਾਇਦਾ ਹੈ, ਤੇ ਅਸੀਂ ਉਸੇ ਉੱਪਰ ਹੀ ਕੰਮ ਕਰ ਰਹੇ ਹਾਂ ਤੇ ਆਪਣੀ ਨਸਲ ਤਿਆਰ ਕਰ ਰਹੇ ਹਾਂ। ਹੁਣ ਗੱਲ ਕਮਾਈ ਦੀ ਕਰਾਂਗੇ। ਕੋਈ ਵੀ ਕੰਮ ਬੰਦਾ ਕਰਦਾ ਹੈ ਤਾਂ ਇਹ ਦੇਖਦਾ ਵੀ ਉਹਦੇ ਤੋਂ ਅਰਨਿੰਗ ਕਿੰਨੀ ਆ ਰਹੀ ਹੈ, ਕਮਾਈ ਕਿੰਨੀ ਆ ਰਹੀ ਹੈ। ਬੱਕਰੀਆਂ ਦਾ ਕੰਮ ਤੁਸੀਂ ਕਰ ਰਹੇ ਹੋ, ਕਿੰਨਾ ਕੁ ਪੈਸਾ ਬੱਕਰੀਆਂ ਤੋਂ ਕਮਾ ਲਿਆ ਹੁਣ ਤੱਕ, ਤੇ ਕੀ ਐਵਰੇਜ ਪੈ ਰਹੀ ਹੈ ਕਮਾਈ ਦੀ? ਦੇਖੋ ਸਟਾਰਟਿੰਗ ਤੋਂ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਇਸ ਕੰਮ ਦੇ ਵਿੱਚ 5-6 ਲੱਖ ਰੁਪਇਆ ਇਨਵੈਸਟ ਕੀਤਾ ਸੀਗਾ, ਜਿਹਦੇ ਵਿੱਚ ਕਿ ਪਹਿਲਾਂ ਉਧਰਲੀ ਸਾਈਡ ਆਪਣਾ ਸ਼ੈੱਡ ਬਣਿਆ ਹੋਇਆ, ਵੈਸੇ 2 ਸ਼ੈੱਡ ਬਣੇ ਹੋਏ ਆਪਣੇ। ਜਿਹੜਾ ਪਹਿਲਾਂ ਅਸੀਂ ਸ਼ੈੱਡ ਤਿਆਰ ਕੀਤਾ ਸੀਗਾ ਉਹਦੇ ਤੇ ਆਪਣੀ ਇਨਵੈਸਟਮੈਂਟ ਆਈ ਸੀ 2 ਲੱਖ ਰੁਪਇਆ ਜੀ, ਕੰਸਟਰਕਸ਼ਨ ਦਾ ਖਰਚਾ ਦੱਸ ਰਿਹਾ। ਉਸ ਤੋਂ ਬਾਅਦ ਅਸੀਂ 2.5 ਲੱਖ ਦੇ ਕੀ ਆ ਇਹਦੇ ਵਿੱਚ ਜਾਨਵਰ ਪਾਏ ਸੀਗੇ, ਤੇ ਕੁਛ ਇਹਨਾਂ ਲਈ ਖਾਦ ਖੁਰਾਕ, ਜਿਵੇਂ ਕਿ ਬੱਕਰੀ ਸੁੱਕਾ ਚਾਰਾ ਖਾਂਦੀ ਹੈ, ਉਹ ਸਟੋਰ ਕੀਤਾ ਲੈ ਕੇ। ਤੇ ਆਪਾਂ ਹਰ ਵਾਰੀ ਫਾਰਮਰਾਂ ਨੂੰ ਇੱਕ ਗੱਲ ਇਹ ਵਿੱਚ ਆਪਣੀ ਗੱਲ ਇਹ ਸਲਾਹ ਵੀ ਦਿੰਦੇ ਆ, ਕੋਈ ਵੀਡੀਓ ਦੇਖ ਕੇ ਕੰਮ ਕਰਨਾ ਚਾਹੁੰਦਾ ਹੈਗਾ ਤਾਂ ਜਾਣਕਾਰੀ ਮਤਲਬ ਲੈਣਾ ਚਾਹੁੰਦਾ ਹੈ, ਤਾਂ ਉਹਨੂੰ ਆਪਾਂ ਇਹ ਸਲਾਹ ਦਿੰਦੇ ਹੈਗੇ ਵੀ ਤੁਸੀਂ ਬਰੀਡ ਲਿਆਉਣ ਤੋਂ ਪਹਿਲਾਂ ਇੱਕ ਤਾਂ ਟ੍ਰੇਨਿੰਗ ਕਰੋ, ਦੂਸਰਾ ਇਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਪਹਿਲਾਂ ਕਰੋ। ਇਹ ਨਾ ਹੋਵੇ ਵੀ ਤੁਸੀਂ ਅੱਜ ਬੱਕਰੀਆਂ ਲਿਆਂਦੀਆਂ, ਤੁਹਾਡੇ ਫਾਰਮ ਦੇ ਵਿੱਚ ਕੁਝ ਖਾਣ ਨੂੰ ਨਾ ਹੋਵੇ, ਉਹਨਾਂ ਦੇ ਪਾਉਣ ਨੂੰ ਦਾਣੇ ਨਾ ਹੋਣ, ਉਹਨਾਂ ਦੇ ਪਾਉਣ ਨੂੰ ਨੀਰਾ ਚਾਰਾ ਨਾ ਹੋਵੇ, ਖੇਤ ਦੇ ਵਿੱਚ ਹਰਾ ਪੱਠਾ ਨਾ ਹੋਵੇ, ਤਾਂ ਉੱਥੇ ਆ ਕੇ ਕੀ ਆ ਆਪਣੇ ਫਾਰਮਰ ਧੋਖਾ ਖਾ ਜਾਂਦੇ ਆ, ਫੇਲ ਹੋ ਜਾਂਦੇ ਆ ਕੰਮਾਂ ਤੋਂ। ਤਾਂ ਇਸ ਲਈ ਆਪਾਂ ਮੁੜ ਉਸ ਗੱਲ ਤੇ ਆਈਏ ਕਿ ਅਸੀਂ ਸਟਾਰਟਿੰਗ ਦੇ ਵਿੱਚ ਸ਼ੈੱਡ ਤੇ ਇਨਵੈਸਟ ਕੀਤਾ, ਫਿਰ ਬੱਕਰੀਆਂ ਲੈ ਕੇ ਆਏ ਸੀਗੇ, ਇਹਨਾਂ ਲਈ ਖਾਦ ਖੁਰਾਕ ਪਹਿਲਾਂ ਅਰੇਂਜ ਕੀਤੀ, ਤਾਂ ਹੌਲੀ ਹੌਲੀ ਕਰਕੇ ਇਸ ਕੰਮ ਨੂੰ ਸਟੈਪ ਬਾਏ ਸਟੈਪ ਵਧਾਉਂਦੇ ਗਏ। ਇਨਕਮ ਦੀ ਗੱਲ ਕਰ ਰਿਹਾ ਮੈਂ ਵੀ ਕਿੰਨਾ ਕੁ ਪੈਸਾ ਜਿਹੜਾ ਉਹ 10 ਬੱਕਰੀਆਂ ਤੁਸੀਂ ਪਾਈਆਂ, 10 ਬੱਕਰੀਆਂ ਨੇ ਅੱਗੇ ਕਿੰਨੇ ਕੁ ਪੈਸਿਆਂ ਦਾ ਕੰਮ ਕੀਤਾ, ਵੀ ਤੁਹਾਡਾ ਬਿਜ਼ਨਸ ਕਿੰਨਾ ਕੁ ਵਧਾਇਆ? ਦੇਖੋ 10 ਬੱਕਰੀਆਂ ਤੋਂ ਜਿਹੜੀ ਆਪਾਂ ਨੂੰ ਅਰਨਿੰਗ ਆਈ, ਹੁਣ ਇੱਕ ਬੱਕਰੀ ਤੋਂ ਆਪਾਂ ਸਾਲ ਦੀ ਅੱਜ ਕਮਾਈ ਕਰ ਰਹੇ ਹਾਂ 15 ਤੋਂ 20 ਹਜ਼ਾਰ ਰੁਪਇਆ। ਇੱਕ ਬੱਕਰੀ 15 ਤੋਂ 20 ਹਜ਼ਾਰ ਰੁਪਇਆ ਖਰਚਾ ਕੱਢ ਕੇ ਇਹ ਛੱਡਦੀ ਹੈਗੀ ਆਪਣਾ। ਜੇ ਆਪਾਂ ਸਟਾਲ ਫੀਡਿੰਗ ਤੇ ਵੀ ਰੱਖਦੇ ਹਾਂ, ਜੇ ਆਪਾਂ ਗ੍ਰੇਜਿੰਗ ਤੇ ਬਾਹਰ ਚਾਰਨ ਲਈ ਛੱਡ ਦਿੰਦੇ ਆ, ਜੇ ਬੱਕਰੀ ਆਪਣਾ 9 ਤੋਂ 10 ਹਜ਼ਾਰ ਰੁਪਇਆ ਇੱਕ ਸਾਲ ਦਾ ਖਰਚਾ ਖਾਂਦੀ ਹੈ, ਤਾਂ ਉਹ ਖਰਚਾ ਆਪਣਾ ਘਟ ਕੇ 6-7 ਹਜ਼ਾਰ ਤੱਕ ਆ ਜਾਂਦਾ ਹੈ। ਤੇ ਆਪਾਂ ਇਸ ਕੰਮ ਦੇ ਵਿੱਚ ਅੱਜ ਪੈਸਾ ਲਾਇਆ, ਆਪਾਂ ਅਰਨਿੰਗ ਦੇਖਦੇ ਆਂਗੇ ਵੀ ਆਪਾਂ ਨੂੰ ਕਿੰਨੇ ਟਾਈਮ ਬਾਅਦ ਆਉਂਦੀ ਹੈ। ਕੋਈ ਵੀ ਬਿਜ਼ਨਸ ਅੱਜ ਤੁਸੀਂ ਮੰਨ ਕੇ ਚੱਲੋ ਟਾਈਮ ਲੈਂਦਾ ਜੀ। ਇਸ ਕੰਮ ਨੇ ਜਦੋਂ ਅਸੀਂ ਸਟਾਰਟਿੰਗ ਕੀਤੀ ਸੀਗੀ, ਅਸੀਂ 2 ਸਾਲ ਤੱਕ ਇਸ ਕੰਮ ਦੇ ਨਾਲ ਜੁੜੇ ਰਹੇ, ਆਪਣੀ ਜੇਬ ਦੇ ਵਿੱਚੋਂ ਇਸ ਕੰਮ ਦੇ ਵਿੱਚ ਖਰਚ ਕਰਦੇ ਰਹੇ। 2 ਸਾਲਾਂ ਬਾਅਦ ਸਾਡੇ ਕੋਲੋਂ 10-15 ਬੱਕਰੀਆਂ ਤੋਂ ਜਦੋਂ 2 ਸਾਲਾਂ ਬਾਅਦ ਸਾਡੇ ਕੋਲੇ 100 ਦੇ ਕਰੀਬ ਬੱਕਰੀ ਹੋਈ, ਤਾਂ ਉਹ 2 ਸਾਲਾਂ ਚ 15 ਬੱਕਰੀਆਂ ਤੋਂ 100 ਬੱਕਰੀ ਦੇ ਵਿੱਚ ਮਤਲਬ ਮਲਟੀਪਲਾਈ ਹੋਇਆ ਆਪਣਾ ਜਿਹੜਾ ਰੇਟ ਸੀਗਾ ਪੂਰਾ। ਤਾਂ ਆਪਣੇ ਕੋਲੇ ਕੀ ਆ, ਪ੍ਰੋਡਕਸ਼ਨ ਦੇਣ ਵਾਲੀ ਇੱਕ ਮਸ਼ੀਨ ਹੈ ਜਿਹੜੀ ਉਹਦੀ ਗਿਣਤੀ ਵੱਧ ਗਈ। ਪਹਿਲਾਂ 10 ਬੱਕਰੀਆਂ ਤੋਂ ਬੱਚੇ ਆਪਾਂ ਲੈਂਦੇ ਸੀਗੇ, ਫਿਰ ਉਹਨਾਂ ਦੀਆਂ ਅੱਗੇ ਜਿਹੜੀਆਂ ਫੀਮੇਲਸ ਪੱਠਾਂ ਹੁੰਦੀਆਂ ਸੀਗੀਆਂ ਬੱਚੇ, ਤਾਂ ਉਹਨਾਂ ਨੂੰ ਅੱਗੇ ਬਰੀਡਿੰਗ ਲਈ ਯੂਜ਼ ਕੀਤਾ। ਇਹਨਾਂ ਦੇ ਬੱਚੇ ਹੁੰਦੇ ਸੀਗੇ ਜਿਹੜੇ ਮੇਲ ਹੁੰਦੇ ਸੀਗੇ, ਉਹਨਾਂ ਨੂੰ ਵੇਚ ਕੇ ਵੀ ਆਪਾਂ ਅੱਗੇ ਬੱਕਰੀ ਫਾਰਮ ਦੇ ਵਿੱਚ ਹੋਰ ਕੀਤੀ। ਇਸੇ ਦੀ ਇਨਕਮ ਪਹਿਲਾਂ ਸਟਾਰਟਿੰਗ 2 ਸਾਲ ਇਹਦੇ ਵਿੱਚ ਹੀ ਇਨਵੈਸਟ ਕੀਤੀ, ਤਾਂ ਕਰਕੇ ਆਪਣਾ ਬਿਜ਼ਨਸ ਹੌਲੀ ਹੌਲੀ ਵੱਧਦਾ ਗਿਆ। ਤੇ ਅੱਜ ਅਰਨਿੰਗ ਦੀ ਗੱਲ ਕਰੀਏ ਤਾਂ ਆਪਾਂ ਬਰੀਡਿੰਗ ਦੇ ਵਿੱਚ ਅੱਜ 100 ਬੱਕਰੀ ਤੋਂ ਖਰਚਾ ਵਗੈਰਾ ਕੱਢ ਕੇ 8-9 ਲੱਖ ਰੁਪਇਆ ਅਰਨਿੰਗ ਇੱਕ ਸਾਲ ਦੀ ਕਰ ਲੈਂਦੇ। 8-9 ਲੱਖ ਰੁਪਇਆ 100 ਬੱਕਰੀ ਸਾਲ ਦਾ ਆਪਾਂ ਨੂੰ ਦੇ ਰਹੀ ਹੈ ਜੀ। ਜੇਕਰ ਕਿਸਾਨ ਇਹ ਕੰਮ ਕਰਨਾ ਚਾਹਣ ਤਾਂ ਉਹਨਾਂ ਨੂੰ ਕੋਈ ਵੀ ਕੰਮ ਹੈ ਉਹਦੇ ਵਾਸਤੇ ਟ੍ਰੇਨਿੰਗ ਤਾਂ ਚਾਹੀਦੀ ਹੈ। ਉਹ ਟ੍ਰੇਨਿੰਗ ਕਿੱਥੋਂ ਲੈਣ ਤੇ ਕਿਵੇਂ ਮਤਲਬ ਕੰਮ ਸ਼ੁਰੂ ਕਰਨ, ਕਿਸ ਲੈਵਲ ਤੋਂ ਸ਼ੁਰੂ ਕਰਨ?
देखो नवा फार्मर अज कोई भी बकरी पालन का धंधा करना चाहता है तो वो आए वीडियो देख के या किसी दियां गल्लां सुन के फोन कॉल करके ठीक है किसी तो जानकारी लेके 10 मिनटां दी भी इहदे विच इन्नी कमाई है तुसीं अज 10 बकरियां तो करो तुहाडे कोले ਲੱਖਾਂ ਦੀ ਕਰੋੜਾਂ ਦੀ ਕਮਾਈ ਹੋਊਗੀ ਉਹ ਸਭ ਕੁਝ ਸੋਸ਼ਲ ਮੀਡੀਆ ਤੇ ਅਫਵਾਹਾਂ ਹੈ ਗਲਤ ਵੀ ਕੀ ਹੈ ਪ੍ਰਮੋਟ ਕੀਤਾ ਜਾਂਦਾ ਹੈ ਪੇਡ ਪ੍ਰਮੋਸ਼ਨ ਦੇ ਅਸੀਂ ਬਿਲਕੁਲ ਖਿਲਾਫ ਹੈਗੇ ਕਿਉਂਕਿ ਲੋਕ ਕੀ ਹੈ ਬਹੁਤ ਸਾਰੇ ਫਾਰਮਰਾਂ ਕੋਲੇ ਜਾਂਦੇ ਹੈਗੇ ਤੇ ਪੇਡ ਪ੍ਰਮੋਸ਼ਨਾਂ ਕਰਕੇ ਆਪਣੇ ਲਾਲਚ ਦੀ ਆਪਣੇ ਸਵਾਰਥ ਲਈ ਕੀ ਕਰਦੇ ਹੈਗੇ ਉਹ ਵੀਡੀਓ ਬਣਾ ਦਿੰਦੇ ਹੈਗੇ ਕੀਮਤ ਉਹਦੀ ਜੇ ਪਸ਼ੂ ਦੀ ਅੱਜ 20000 ਹੈ ਤਾਂ ਉਹਨੂੰ ਵਧਾ ਚੜਾ ਕੇ 30000 35000 ਦੱਸਣਗੇ ਜੀ ਕਿਉਂਕਿ ਉਸ ਬੰਦੇ ਦੀ ਮਾਰਕੀਟਿੰਗ ਲਈ ਤਾਂ ਆਪਾਂ ਉਸ ਚੀਜ਼ ਨੂੰ ਗਲਤ ਮੰਨਦੇ ਹੈਗੇ ਇੱਕ ਮਿੰਟ ਰੁਕ ਤੁਸੀਂ ਕੀ ਗੱਲ ਕੀਤੀ ਜੀ ਗੱਲ ਤਾਂ ਇਹ ਕੀਤੀ ਸੀਗੀ ਵੀ ਬੱਕਰੀਆਂ ਦੀ ਜਿਹੜੀ ਨਵਿਆਂ ਨੇ ਸ਼ੁਰੂ ਕਰਨਾ ਉਹ ਟ੍ਰੇਨਿੰਗ ਕਿੱਥੋਂ ਲੈਣ ਦੇਖੋ ਹਾਂ ਇਸ ਲਈ ਆਪਾਂ ਚੱਲੀ ਜਾਂਦੀ ਬਾਅਦ ਇਸ ਲਈ ਆਪਾਂ ਮਤਲਬ ਇਹੀ ਕਹਿੰਦੇ ਆ ਵੀ ਕੱਚੇ ਪੈਰੋਂ ਤੁਸੀਂ ਕਦੇ ਵੀ ਕੋਈ ਕੰਮ ਸਟਾਰਟ ਨਾ ਕਰੋ ਹਮੇਸ਼ਾ ਤੁਸੀਂ ਜੇ ਕਿਸੇ ਕੰਮ ਲਈ ਸਰਚ ਕਰ ਰਹੇ ਹੋ ਤਾਂ ਘੱਟੋ ਘੱਟ 2-3 ਮਹੀਨੇ ਉਸ ਦੀ ਸਰਚਿੰਗ ਤੇ ਲਾਓ ਤੁਸੀਂ ਜਿਹੜਾ ਕੰਮ ਉਹ ਬੰਦੇ ਕਰਕੇ ਛੱਡ ਗਏ ਤੇ ਜਿਹੜਾ ਕੰਮ ਬੰਦੇ ਕਰੀ ਜਾਂਦੇ ਆ ਇੱਕ ਤਾਂ ਫੇਲਿਅਰ ਹੁੰਦੇ ਆ ਇੱਕ ਸਕਸੈਸ ਹੁੰਦੇ ਆ ਉਸ ਕੰਮ ਦੇ ਵਿੱਚ ਦੋਨੇ ਬੰਦਿਆਂ ਨੂੰ ਮਿਲੋ ਤੁਸੀਂ ਉਹਨਾਂ ਦੇ ਵਿਊ ਤੁਸੀਂ ਇਕੱਠੇ ਕਰੋ ਕਿ ਕਿਹੜਾ ਜਿਹੜਾ ਫੇਲਿਅਰ ਆ ਉਹ ਕੀ ਕਹਿ ਰਿਹਾ ਹੈਗਾ ਉਹਨੂੰ ਘਾਟਾ ਕਿਸ ਗੱਲ ਤੋਂ ਪਿਆ ਜਿਹੜਾ ਬੰਦਾ ਅੱਜ ਸਰਵਾਈਵ ਕਰ ਰਿਹਾ ਸਕਸੈਸ ਹੈ ਉਹ ਕਿਸ ਗੱਲ ਤੋਂ ਹੈ ਇਹ ਚੀਜ਼ਾਂ ਬਾਰੇ ਜਾਣ ਕੇ ਫਿਰ ਤੁਸੀਂ ਕਰੋ ਤੇ ਬਿਨਾਂ ਟ੍ਰੇਨਿੰਗ ਤੋਂ ਤੁਸੀਂ ਇਹ ਕੰਮ ਨਾ ਕਰੋ ਕਿਉਂਕਿ ਦਿੱਕਤਾਂ ਮੁਸ਼ਕਲਾਂ ਹਰ ਕੰਮ ਦੇ ਵਿੱਚ ਆਉਂਦੀਆਂ ਤਾਂ ਸਾਨੂੰ ਵੀ ਆਈਆਂ ਸੀਗੀਆਂ ਜਦੋਂ ਕੰਮ ਸ਼ੁਰੂ ਕੀਤਾ ਟ੍ਰੇਨਿੰਗ ਕਰਨ ਦੇ ਬਾਵਜੂਦ ਵੀ ਆਉਂਦੀਆਂ ਜਿੰਨਾ ਤੱਕ ਆਪਾਂ ਪ੍ਰੈਕਟੀਕਲੀ ਆਪਣੇ ਹੱਥੀ ਇਹ ਕੰਮ ਨਹੀਂ ਕਰਦੇ ਫਾਰਮ ਦੇ ਵਿੱਚ ਪਸ਼ੂਆਂ ਦੇ ਵਿੱਚ ਨਹੀਂ ਰਹਿੰਦੇ ਤਾਂ ਫਿਰ ਉਹਨਾਂ ਤੱਕ ਆਪਾਂ ਨੂੰ ਪਤਾ ਨਹੀਂ ਲੱਗਦਾ ਇੱਕ ਇਹ ਵੀ ਦੇਖਿਆ ਜਾਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਫੋਟੋਆਂ ਵੀਡੀਓ ਜਿਹੜੀਆਂ ਆਉਂਦੀਆਂ ਨਾ ਜਿਵੇਂ ਤੁਸੀਂ ਗੱਲ ਕੀਤੀ ਹੈ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਇੱਕ ਗੱਲ ਦੇਖਣ ਨੂੰ ਮਿਲਦੀ ਹੈ 2 ਲੱਖ ਦੀ ਬੱਕਰੀ 2.5 ਲੱਖ ਦੀ ਬੱਕਰੀ ਇੰਨੇ ਲੱਖ ਦੀ ਬੱਕਰੀ ਵਾਕਈ ਬੱਕਰੀਆਂ ਦੀ ਕੀਮਤ ਲੱਖਾਂ ਦੇ ਵਿੱਚ ਹੁੰਦੀ ਹੈ ਕਿ ਹਜ਼ਾਰਾਂ 'ਚ ਹੀ ਰਹਿ ਜਾਂਦੀਆਂ ਨਹੀਂ ਦੇਖੋ ਜੀ ਇੰਨਾ ਮਤਲਬ ਨਹੀਂ ਹੁੰਦਾ ਰੇਟ ਬੱਕਰੀ ਦਾ ਦਰਅਸਲ ਕੁਝ ਅਫਵਾਹਾਂ ਹੀ ਹੁੰਦੀਆਂ ਹੈਗੀਆਂ ਜੇ ਆਪਾਂ ਦੇਖੀਏ ਤਾਂ ਹਜ਼ਾਰਾਂ ਦੇ ਵਿੱਚੋਂ ਕੋਈ 1-2 ਬੱਕਰੀ ਦੇ ਰੇਟ ਉੱਚੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਲੱਖ ਤੱਕ 1.25 ਲੱਖ ਤੱਕ ਕਹਿ ਸਕਦੇ ਆ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਕੁਆਲਿਟੀ ਹੁੰਦੀ ਹੈਗੀ ਕਿ ਜ਼ਿਆਦਾ ਹਾਈਟ ਲੈਂਥ ਵਾਲੀ ਹੁੰਦੀ ਹੈਗੀ ਜ਼ਿਆਦਾ ਬੱਚੇ ਪੈਦਾ ਕਰਨ ਵਾਲੀ ਹੁੰਦੀ ਹੈ ਜ਼ਿਆਦਾ ਮਿਲਕ ਪ੍ਰੋਡਕਸ਼ਨ ਵਾਲੀ ਬੱਕਰੀ ਹੁੰਦੀ ਹੈਗੀ ਚੰਗੇ ਬਲੱਡ ਲਾਈਨ ਦੀ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਅਗਰ ਨਾਰਮਲ ਅੱਜ ਮਾਰਕੀਟ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਬੀਟਲ ਦੀ ਖਾਸ ਕਰ ਆਪਾਂ ਫਾਰਮਿੰਗ ਕਰ ਰਹੇ ਹਾਂ ਤਾਂ ਬੀਟਲ ਦਾ ਜਿਹੜਾ ਐਵਰੇਜ ਪ੍ਰਾਈਸ ਚੱਲ ਰਿਹਾ ਹੈਗਾ ਤੁਸੀਂ ਟਰਾਈ ਕਰੋਗੇ ਤਾਂ ਚੰਗੀ ਬੱਕਰੀ ਤੁਹਾਨੂੰ 20 ਤੋਂ 25000 ਦੀ ਮਿਲ ਜੂਗੀ ਪ੍ਰੈਗਨੈਂਟ ਬੱਕਰੀ ਮਿਲ ਜੂਗੀ ਜਿਹਨੇ ਬੱਚੇ ਦਿੱਤੇ ਹੋਣੇ ਆ ਬੱਚੇ ਵੀ ਨਾਲ ਹੋਣਗੇ ਉਹ ਬੱਕਰੀ ਮਿਲ ਜੂਗੀ ਪਰ ਜਿਹੜੀਆਂ ਗੱਲਾਂ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਪਾਈਆਂ ਜਾਂਦੀਆਂ ਫੋਟੋਆਂ ਪਾਈਆਂ ਜਾਂਦੀਆਂ ਕਿ ਅੱਜ ਆਹ ਬੱਕਰੀ 2 ਲੱਖ ਦੀ ਵਿਕ ਗਈ ਆਹ ਬੱਕਰਾ ਅੱਜ 2.5 ਲੱਖ ਦਾ ਵਿਕ ਗਿਆ ਉਹ ਗਲਤ ਹੈਗਾ ਉਹ ਲੋਕਾਂ ਨੂੰ ਇੱਕ ਗੁੰਮਰਾਹ ਕਰਨ ਵਾਲੀ ਗੱਲ ਹੈ ਕਿ ਉਹ ਗੱਲਾਂ ਤੋਂ ਇੱਕ ਤਾਂ ਜਿਸ ਦੀ ਵੀਡੀਓ ਬੰਦਾ ਬਣਾ ਰਿਹਾ ਹੈਗਾ ਉਹ ਸਿਰਫ ਉਹਦੀ ਮਾਰਕੀਟਿੰਗ ਕਰ ਰਿਹਾ ਉਹਦਾ ਪ੍ਰਚਾਰ ਕਰ ਰਿਹਾ ਹੈਗਾ ਉਹ ਆਪਣੇ ਸਵਾਰਥ ਲਈ ਕਰ ਰਿਹਾ ਹੈਗਾ ਇਹ ਚੀਜ਼ਾਂ ਮਤਲਬ ਅੱਜ ਨਵੇਂ ਬੰਦੇ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਠੱਗਾ ਠੋਰੀ ਸਭ ਤੋਂ ਪਹਿਲਾਂ ਹੁੰਦੀ ਹੈ ਕਿਸੇ ਵੀ ਬਿਜ਼ਨਸ ਨੂੰ ਲੈ ਲਿਓ ਹਾਂਜੀ ਅੰਤਰਰਾਸ਼ਟਰੀ ਲੈਵਲ ਤੇ ਜੇਕਰ ਗੱਲ ਕਰੀਏ ਪਸ਼ੂਆਂ ਦਾ ਵਪਾਰ ਹੁੰਦਾ ਹੈ ਜੀ ਜਿਵੇਂ ਗਾਵਾਂ ਦੀ ਗੱਲ ਕਰੀਏ ਗਾਵਾਂ ਦੀਆਂ ਨਸਲਾਂ ਬਾਹਰੋਂ ਸਾਡੇ ਦੇਸ਼ ਦੇ ਵਿੱਚ ਆਈਆਂ ਸਾਡੀਆਂ ਨਸਲਾਂ ਬਾਹਰ ਵੀ ਗਈਆਂ ਸਾਡੇ ਦੇਸ਼ ਦੇ ਜਿਹੜੇ ਘੋੜੇ ਹੈ ਮੱਝਾਂ ਹੈ ਹੋਰ ਜਾਨਵਰ ਹੈ ਕਈ ਤਰ੍ਹਾਂ ਦੇ ਉਹਨਾਂ ਦੀਆਂ ਨਸਲਾਂ ਸਾਡੇ ਦੇਸ਼ ਤੋਂ ਹੋਰਾਂ ਦੇਸ਼ਾਂ 'ਚ ਗਈਆਂ ਤੇ ਹੋਰਾਂ ਦੇਸ਼ਾਂ ਦੀਆਂ ਸਾਡੇ ਦੇਸ਼ਾਂ 'ਚ ਵੀ ਆਈਆਂ ਹਾਂਜੀ ਬੱਕਰੀਆਂ ਦੀਆਂ ਨਸਲਾਂ ਜਿਹੜੀਆਂ ਇਹ ਵੀ ਇੰਪੋਰਟ ਐਕਸਪੋਰਟ ਹੋਇਆ ਕੋਈ ਹਾਂਜੀ ਜ਼ਰੂਰ ਹੁੰਦਾ ਜੀ ਅਸੀਂ ਆਪ ਖੁਦ ਮਤਲਬ 2019 ਦੀ ਗੱਲ ਕਰੀਏ ਕਰੋਨਾ ਕਾਲ ਤੋਂ ਪਹਿਲਾਂ ਅਸੀਂ ਨਾਰਥ ਇੰਡੀਆ ਦੇ ਵਿੱਚ ਮਤਲਬ ਸਟਾਰਟਿੰਗ ਦੇ ਪਹਿਲੇ ਫਾਰਮਰ ਹੋਵਾਂਗੇ ਸਾਊਥ ਦੀ ਨਹੀਂ ਗੱਲ ਕਰਦਾ ਸਾਊਥ ਦੇ ਵਿੱਚ ਵੀ ਬਹੁਤ ਹੋਣਗੇ ਤੇ ਨਾਰਥ ਇੰਡੀਆ ਦੀ ਗੱਲ ਕਰਦਾ ਵੀ ਅਸੀਂ ਕਰੋਨਾ ਕਾਲ ਤੋਂ ਪਹਿਲਾਂ 100 ਬੱਕਰੀ ਐਕਸਪੋਰਟ ਕੀਤੀ ਹੈ ਵੀਅਤਨਾਮ ਤੋਂ ਚਾਈਨਾ ਨੂੰ ਤੁਹਾਡੀਆਂ ਬੱਕਰੀਆਂ ਚਾਈਨਾ ਚ ਗਈਆਂ ਤੇ ਵਾਈ 에ਅਰ ਕੀ ਹੈ 20 ਦੇ 16 ਦੇ ਵੈਚ ਇਸ ਤਰ੍ਹਾਂ ਗਏ ਸੀਗੇ ਜਹਾਜ਼ ਰਾਹੀਂ ਗਈਆਂ ਹਾਂਜੀ ਜਹਾਜ਼ ਰਾਹੀਂ ਗਈਆਂ ਸੀਗੀਆਂ ਤੇ ਇਸ ਚੀਜ਼ ਨੂੰ ਜੇ ਆਪਾਂ ਅੱਜ ਸੋਚਦੇ ਆ ਕਿ ਆਪਾਂ ਬੱਕਰੀਆਂ ਦਾ ਕੰਮ ਕਰ ਲਿਆ ਲੋਕ ਆਪਾਂ ਨੂੰ ਬਹੁਤ ਕੁਝ ਬੋਲਦੇ ਹੈਗੇ ਵੀ ਤੂੰ ਆ ਕੀ ਕੰਮ ਕਰ ਲਿਆ ਇਹ ਤਾਂ ਛੋਟੀ ਜਾਤ ਦੇ ਜਾਂ ਛੋਟੇ ਬੰਦਿਆਂ ਦਾ ਕੰਮ ਹੈਗਾ ਆਪਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਜੇ ਆਪਾਂ ਉਹਨਾਂ ਦੀ ਸੰਗ ਝੇਪ ਮੰਨ ਕੇ ਠੀਕ ਹੈ ਬੈਠ ਕੇ ਘਰੇ ਤਾਂ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਇਹ ਦਿੱਕਤਾਂ ਸਾਨੂੰ ਵੀ ਬਹੁਤ ਕਈਆਂ ਗਈਆਂ ਸੀਗੀਆਂ ਸੁਣਨ ਨੂੰ ਮਿਲਦੀਆਂ ਸੀਗੀਆਂ ਪਰ ਅਸੀਂ ਕਿਸੇ ਦੀ ਗੌਰ ਨਹੀਂ ਕੀਤੀ ਠੀਕ ਹੈ ਗੱਲ ਦੀ ਅਸੀਂ ਇਧਰਲੇ ਪਾਸੋਂ ਸੁਣਦੇ ਕੰਨ ਦੇ ਇਧਰਲੇ ਪਾਸੇ ਦੀ ਗੱਲ ਕੱਢ ਦਿੰਦੇ ਸੀ ਆਪਣੇ ਕੰਮ ਤੇ ਫੋਕਸ ਸੀਗਾ ਸਾਨੂੰ ਇਹ ਸੀਗਾ ਵੀ ਇਹ ਬਹੁਤ ਵਧੀਆ ਪਲੇਟਫਾਰਮ ਹੈ ਅਸੀਂ ਅੱਜ ਥੋੜੇ ਤੋਂ ਕੀਤਾ
ਤਾਂ ਇੱਕ ਦਿਨ ਆਪਾਂ ਇਸ ਨੂੰ ਕਮਰਸ਼ੀਅਲ ਲੈਵਲ ਤੇ ਕਰਾਂਗੇ ਤੇ ਅੱਜ ਕਰ ਵੀ ਰਹੇ ਹਾਂ। ਫਾਰਮਿੰਗ ਸਾਇੰਟਿਫਿਕ ਤਰੀਕੇ ਨਾਲ ਕਰ ਰਹੇ ਹਾਂਗੇ, ਪ੍ਰੋਪਰ ਸਾਰਾ ਮੈਨੇਜਮੈਂਟ ਅਸੀਂ ਖੁਦ ਦੇਖ ਰਹੇ ਹਾਂਗੇ। ਤੇ ਬੱਕਰੀਆਂ ਵੀ ਅੱਜ ਦੇਖੀਏ ਤਾਂ ਇੰਟਰਨੈਸ਼ਨਲ ਲੈਵਲ ਤੇ ਜਿਵੇਂ ਅੱਜ ਟ੍ਰੇਡਿੰਗ ਵੀ ਹੋ ਰਹੀ ਹੈਗੀ, ਜਹਾਜ਼ਾਂ ਤੇ ਜਾ ਰਹੀਆਂ ਹੈਗੀਆਂ, ਇਹ 'ਚ ਕੋਈ ਸ਼ੱਕ ਨਹੀਂਗਾ। ਰੱਖ ਰਖਾਵ ਦੀ ਗੱਲ ਕਰਾਂਗੇ ਬੱਕਰੀਆਂ ਦੀ। ਹੁਣ ਜਿਵੇਂ ਤੁਸੀਂ ਰੱਖੀਆਂ ਇਹਨਾਂ ਦੇ ਅਲੱਗ-ਅਲੱਗ ਪਾਰਟੀਸ਼ਨ ਬਣੇ ਹੋਏ ਆ ਜੀ, ਕਿਸੇ ਦੇ ਵਿੱਚ ਬੱਚੇ ਰੱਖੇ ਹੋਏ ਆ, ਕਿਸੇ ਦੇ ਵਿੱਚ ਵੱਡੀਆਂ ਬੱਕਰੀਆਂ, ਇਹ ਸ਼ੈੱਡ ਬਣੇ ਹੋਏ ਆ। ਇਹਨਾਂ ਨੂੰ ਮਤਲਬ ਖੁੱਲੇ ਦੇ ਵਿੱਚ ਰੱਖਣਾ, ਸ਼ੈੱਡ ਕਿਸ ਤਰ੍ਹਾਂ ਦੇ ਸ਼ੈੱਡ ਹੋਣ, ਕਿਸ ਰੱਖ ਰਖਾਵ ਦਾ ਤਰੀਕਾ ਕਿਸ ਤਰ੍ਹਾਂ ਦਾ ਹੋਵੇ? ਦੇਖੋ ਰੱਖ ਰਖਾਵ ਬਾਰੇ ਇਹ ਬਹੁਤ ਮਤਲਬ ਅਹਿਮ ਗੱਲਾਂ ਹੁੰਦੀਆਂ ਜਿਹੜੀਆਂ ਕਿ ਇੱਕ ਟ੍ਰੇਨਿੰਗ ਦੇ ਵਿੱਚ ਸਿਖਾਈਆਂ ਜਾਂਦੀਆਂ। ਮੈਂ ਟ੍ਰੇਨਿੰਗ ਦੀ ਗੱਲ ਕਰੀ ਸੀਗੀ ਤੁਹਾਨੂੰ ਪਹਿਲਾਂ ਕਿ ਬਿਨਾਂ ਟ੍ਰੇਨਿੰਗ ਤੋਂ ਤਾਂ ਇਹ ਕੰਮ ਕਰੋ ਵੀ ਨਾ ਜੀ। ਹੁਣ CIRG ਮਥੁਰਾ ਟ੍ਰੇਨਿੰਗ ਹੁੰਦੀ ਆ, ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਕਰਵਾ ਰਹੀਆਂ ਹੈਗੀਆਂ ਟ੍ਰੇਨਿੰਗ। ਅਸੀਂ ਵੀ ਆਪਣੇ ਫਾਰਮ ਤੇ ਕੀ ਹੈ 3 ਦਿਨਾਂ ਦੀ ਟ੍ਰੇਨਿੰਗ ਕਰਵਾ ਰਹੇ ਹਾਂ ਜੀ। ਉਹਦੇ ਵਿੱਚ ਸਾਰਾ ਆਪਾਂ ਮੈਨੇਜਮੈਂਟ ਬਾਰੇ ਹੀ ਸਿੱਖਦੇ ਆਂਗੇ ਤੇ ਸਿਖਾਉਂਦੇ ਆਂਗੇ, ਆਪਣਾ ਜਿਹੜਾ ਐਕਸਪੀਰੀਅੰਸ ਹੈਗਾ। ਤਾਂ ਰੱਖ ਰਖਾਵ ਦੀ ਗੱਲ ਕਰੀਏ, ਤੁਸੀਂ ਸਵਾਲ ਕੀਤਾ ਵੀ ਆਪਾਂ ਪਾਰਟੀਸ਼ਨ ਕਿਉਂ ਬਣਾ ਰੱਖੇ ਹੈਗੇ, ਇਹਦਾ ਵੀ ਇੱਕ ਲੌਜਿਕ ਹੁੰਦਾ ਜੀ ਬਣਾਉਣ ਦਾ ਕਿ ਛੋਟੇ ਬੱਚਿਆਂ ਨੂੰ, ਜਿਹੜੇ ਦੁੱਧ ਪੀਂਦੇ ਬੱਚੇ ਆ, ਉਹਨਾਂ ਦਾ ਇੱਕ ਕੈਬਿਨ ਅਲੱਗ ਹੋਣਾ ਚਾਹੀਦਾ। ਕਿਉਂਕਿ ਬੱਚੇ ਜੇ ਜ਼ਿਆਦਾ ਦੁੱਧ ਪੀਣਗੇ, ਆਪਦੀ ਮਾਂ ਦੇ ਨਾਲ ਰਹਿਣਗੇ 24 ਘੰਟੇ, ਤਾਂ ਫਿਰ ਉਹਨਾਂ ਨੂੰ ਦਿੱਕਤ ਆਉਣੀ ਆ। ਜਿਵੇਂ ਇਹਨਾਂ ਨੂੰ ਦਸਤ ਲੱਗ ਜਾਂਦੇ ਆ, ਡਾਇਰੀਆ ਹੋ ਜਾਂਦਾ ਹੈ, ਜ਼ਿਆਦਾ ਦੁੱਧ ਚੁੰਘਣ ਨਾਲ ਜਾਂ ਘੱਟ ਚੁੰਘਣ ਨਾਲ ਮਿਲਕ ਫੀਵਰ ਦੀ ਦਿੱਕਤ ਆ ਜਾਂਦੀ ਹੈ। ਤਾਂ ਇੱਕ ਲਿਮਟਡ ਉਹਨੂੰ ਕੀ ਹੈ ਖੁਰਾਕ ਮਿਲੂਗੀ ਤਾਂ ਆਪਣਾ ਜਿਹੜਾ ਜਾਨਵਰ ਹੈ ਹੈਲਦੀ ਰਹੂਗਾ। ਇਹ ਨਹੀਂ ਵੀ ਬੱਕਰੀ ਦੇ ਬੱਚੇ ਸਾਰਾ ਦਿਨ ਰਹਿਣ, ਉਹ ਗਲਤ ਹੁੰਦਾ ਜੀ। ਕਈ ਵਾਰ ਥਣ ਪੱਟੀ ਜਾਂਦੇ ਆ, ਇਹਨਾਂ ਦੇ ਥਣਾਂ ਦੀ ਬਿਮਾਰੀ ਆ ਜਾਂਦੀ ਹੈਗੀ। ਤੇ ਜਾਂ ਆਪਾਂ ਬੱਕਰੀ ਪ੍ਰੈਗਨੈਂਟ ਬੱਕਰੀ ਦਾ ਆਪਾਂ ਪੋਰਸ਼ਨ ਅਲੱਗ ਰੱਖਿਆ ਹੋਇਆ ਤੇ ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਦੂਸਰੀਆਂ ਬੱਕਰੀਆਂ ਉਹਨੂੰ ਟੱਕਰ ਵਗੈਰਾ ਨਾ ਲਾਉਣ, ਕਿਉਂਕਿ ਉਹਦੇ ਨਾਲ ਵੀ ਅਬੋਰਸ਼ਨ ਵਗੈਰਾ ਦੇ ਚਾਂਸਸ ਹੋ ਜਾਂਦੇ ਆ। ਬੱਕਰੀ ਫਲ ਸਿੱਟ ਜਾਂਦੀ ਹੈਗੀ, ਉਹਨਾਂ ਦੀ ਖੁਰਾਕ ਨੂੰ ਆਪਾਂ ਵਧਾਉਣਾ ਘਟਾਉਣਾ ਹੈ ਤਾਂ ਉਹ ਆਪਾਂ ਅਲੱਗ ਕੱਢ ਕੇ ਬੱਕਰੀਆਂ ਨੂੰ ਉਹਨਾਂ ਨੂੰ ਖੁਰਾਕ ਪਾ ਸਕਦੇ ਹਾਂ। ਜਿਹੜੇ ਬਰੀਡਰ ਬੱਕਰੇ ਆਪਣੇ ਜਿਹਨਾਂ ਤੋਂ ਆਪਣੀ ਨਸਲ ਤਿਆਰ ਹੋਣੀ ਹੈ, ਉਹਨਾਂ ਨੂੰ ਆਪਾਂ ਇੱਕ ਅਲੱਗ ਕੈਬਿਨ ਦੇ ਵਿੱਚ ਰੱਖਦੇ ਹੈਗੇ। ਤਾਂ ਇਹ ਗੱਲਾਂ ਇੱਕ ਸਾਇੰਟਿਫਿਕ ਫਾਰਮਿੰਗ ਦੇ ਵਿੱਚ ਬਹੁਤ ਵੱਡਾ ਰੋਲ ਰੱਖਦੀਆਂ। ਜੇ ਆਪਾਂ ਇਸ ਚੀਜ਼ ਨੂੰ ਸਾਰਾ ਮਿਕਸ ਕਰ ਦਾਂਗੇ, ਨਾ ਤਾਂ ਆਪਾਂ ਆਪਣੀ ਨਸਲ ਸੁਧਾਰ ਸਕਦੇ ਹਾਂ ਤੇ ਨਾ ਹੀ ਆਪਾਂ ਮਤਲਬ ਲਾਰਜ ਸਕੇਲ ਤੇ ਇਸ ਕੰਮ ਨੂੰ ਲੈ ਕੇ ਜਾ ਸਕਦੇ ਹਾਂ। ਹੁਣ ਇਹਨਾਂ ਦੇ ਵਿੱਚ ਮੇਨ ਕਾਰਨ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਕਿ ਅੱਜ ਦੇਖੀਏ ਤਾਂ ਪੁਰਾਣੇ ਸਮੇਂ ਤੋਂ ਬਹੁਤ ਲੋਕ ਬੱਕਰੀਆਂ ਚਾਰਦੇ ਆ ਰਹੇ ਆ, ਪਰ ਉਹ ਨਸਲ ਵੱਲ ਨਹੀਂ ਧਿਆਨ ਦੇ ਰਹੇ। ਨਸਲ ਉਹਨਾਂ ਦੀ ਦਿਨ ਪ੍ਰਤੀ ਦਿਨ ਬਦਲਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ ਕੁਆਲਿਟੀ। ਉਹ ਕਾਰਨ ਇਹੀ ਹੈ ਕਿ ਉਹਨਾਂ ਦੇ ਵਿੱਚ ਇਨਬਰੀਡਿੰਗ ਹੋ ਰਹੀ ਹੈ। ਬਲੱਡ ਰਿਲੇਸ਼ਨ ਹੁੰਦਾ ਹੈ। ਅੱਜ ਤੁਸੀਂ ਬੱਕਰਾ ਬੱਕਰੀਆਂ ਲਈ ਮੈਟਿੰਗ ਲਈ ਛੱਡਿਆ, ਉਹਨਾਂ ਦੇ ਅੱਗੇ ਬੱਚੇ ਆ ਰਹੇ ਹੈਗੇ, ਉਹਨਾਂ ਦੀ ਬਲੱਡ ਰਿਲੇਸ਼ਨ ਦੇ ਵਿੱਚ ਮੈਟਿੰਗ ਆ ਰਹੀ ਹੈ। ਅੱਗੇ ਜੋ ਨਿਊ ਜਨਰੇਸ਼ਨ ਆ ਰਹੀ ਹੈਗੀ ਤਾਂ ਉਹਦੇ ਵਿੱਚ ਬਿਮਾਰੀਆਂ ਜ਼ਿਆਦਾ ਆ ਰਹੀਆਂ। ਤਾਂ ਇਹਦੇ ਵਿੱਚ ਇਹ ਵੀ ਦੇਖਿਆ ਜਾਂਦਾ ਵੀ ਅੱਜ ਜੇ ਬੱਕਰਾ ਹੋਰ ਬਲੱਡ ਲਾਈਨ ਦਾ ਤਾਂ ਬੱਕਰੀ ਹੋਰ ਬਲੱਡ ਲਾਈਨ ਦੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਬਲੱਡ ਦਾ ਰਿਲੇਸ਼ਨ ਚ ਮੈਟਿੰਗ ਨਹੀਂ ਕਰਵਾਉਣੀ। ਬਲੱਡ ਰਿਲੇਸ਼ਨ ਚ ਹੁੰਦੇ ਆ ਤਾਂ ਉਹਨਾਂ ਚ ਬਿਮਾਰੀ ਆਊਗੀ, ਉਹਦਾ ਇਮਿਊਨਿਟੀ ਜਿਹੜਾ ਸਿਸਟਮ ਆ ਉਹ ਕਮਜ਼ੋਰ ਹੁੰਦਾ, ਤਾਂ ਕਰਕੇ ਆਪਾਂ ਬੱਕਰਿਆਂ ਨੂੰ ਅਲੱਗ ਰੱਖਦੇ ਆਂਗੇ। ਤੇ ਕ੍ਰਾਸ ਬਰੀਡਿੰਗ ਦਾ ਵੀ ਇੱਕ ਕਾਰਨ ਆਪਾਂ ਸਪੈਸ਼ਲ ਇਹਦਾ ਧਿਆਨ ਰੱਖਣਾ ਪੈਂਦਾ ਗੱਲ ਦਾ ਵੀ ਲੋਕ ਇੱਕ ਨਾਲ ਹੀ ਇਕੱਠੀਆਂ ਛੋਟੀਆਂ ਵੱਡੀਆਂ ਨਸਲਾਂ ਰੱਖ ਲੈਂਦੇ ਹੈਗੇ। ਬਰਬਰੀ ਦੇ ਨਾਲ ਬੀਟਲ ਰੱਖ ਲਈ, ਜਾਂ ਬੀਟਲ ਦੇ ਨਾਲ ਸਰੋਈ ਰੱਖ ਲਈ, ਸਰੋਈ ਦੇ ਨਾਲ ਕੋਈ ਹੋਰ ਨਸਲ ਰੱਖ ਲਈ, ਸੋਜਤ, ਜਮਨਾ ਪਰੀ ਵਗੈਰਾ। ਤਾਂ ਜਦੋਂ ਇੱਕ ਨਸਲ ਦਾ ਦੂਜੀ ਨਸਲ ਨਾਲ ਕ੍ਰਾਸਿੰਗ ਹੋ ਜਾਂਦੀ ਹੈਗੀ ਤਾਂ ਆਪਣੇ ਕੋਲ ਜਿਹੜੀ ਨਵੀਂ ਨਸਲ ਤਿਆਰ ਹੋ ਕੇ ਆਉਂਦੀ ਆ ਉਹ ਕ੍ਰਾਸ ਹੁੰਦੀ ਹੈਗੀ, ਬੇਰੜੀ ਨਸਲ ਕਹਿ ਸਕਦੇ ਹਾਂ। ਤਾਂ ਉਹਦੇ ਵਿੱਚ ਮਾਰਕੀਟ ਦੇ ਵਿੱਚ ਉਹਦਾ ਆਪਾਂ ਨੂੰ ਮੁੱਲ ਨਹੀਂ ਮਿਲਦਾ ਸਹੀ। ਜੇ ਇੱਕ ਨਸਲ ਦਾ ਬੱਕਰਾ ਹੋ ਪਿਓਰ ਤੇ ਇੱਕ ਨਸਲ ਦੀ ਹੀ ਬੱਕਰੀ ਹੋਊਗੀ ਚੰਗੀ, ਤਾਂ ਉਹਦੀ ਜਿਹੜੀ ਨਵੀਂ ਜਨਰੇਸ਼ਨ ਆਊਗੀ ਉਹ ਚੰਗੀ ਆਊਗੀ। ਤਾਂ ਇਹ ਗੱਲਾਂ ਦਾ ਆਪਾਂ ਨੂੰ ਫਾਰਮਿੰਗ ਦੇ ਵਿੱਚ ਧਿਆਨ ਦੇਣਾ ਪੈਂਦਾ ਜੀ। ਸਾਫ਼ ਸਫਾਈ ਇਹਨਾਂ ਦੀ, ਸਾਫ਼ ਸਫਾਈ ਦੇਖੋ ਜੀ, ਅਸੀਂ ਰੂਟੀਨ ਰੱਖਿਆ ਹੈਗਾ ਜਦੋਂ ਦਾ ਫਾਰਮ ਕੀਤਾ ਹੈ। ਸਾਫ਼ ਸਫਾਈ ਇਹਨਾਂ ਦੀ ਡੇਲੀ ਹੁੰਦੀ ਹੈ, ਸੁਬਾਹ ਇੱਕ ਟਾਈਮ। ਤੇ ਸਾਫ਼ ਸਫਾਈ ਆਪਾਂ ਨੂੰ ਰੱਖਣੀ ਪੈਂਦੀ ਹੈ, ਚਾਹੇ ਜਿਵੇਂ ਆਪਾਂ ਜਿੱਥੇ ਰਹਿੰਦੇ ਹਾਂ ਆਪਣਾ ਘਰ ਹੈਗਾ, ਠੀਕ ਹੈ, ਜਾਂ ਜੈਸੇ ਇੱਕ ਜਿਵੇਂ ਕਿ ਹਿੰਦੀ ਦੀ ਇੱਕ ਕਹਾਵਤ ਹੈਗੀ ਕਿ ਜਹਾਂ ਹੈ ਸਫਾਈ ਵਹਾਂ ਹੈ ਖੁਦਾਈ। ਠੀਕ ਹੈ, ਜਿੱਥੇ ਸਫਾਈ ਹੋਊਗੀ, ਸਾਫ਼ ਸਫਾਈ ਹੋਊਗੀ, ਉੱਥੇ ਹੀ ਰੱਬ ਵੱਸਦਾ ਹੈ। ਜੇ ਆਪਾਂ ਇਹਨਾਂ ਦੇ ਵਿੱਚ ਸਾਫ਼ ਸਫਾਈ ਨਾ ਰੱਖਾਂਗੇ, ਗੰਦਗੀ ਪਈ ਰਹੂਗੀ ਥੱਲੇ, ਤਾਂ ਉੱਥੇ ਇਹਨਾਂ ਦੇ ਵਿੱਚ ਬਿਮਾਰੀਆਂ ਵੀ ਜ਼ਿਆਦਾ ਆਉਣਗੀਆਂ। ਤਾਂ ਆਪਾਂ ਨੂੰ ਫਾਇਦਾ ਹੋਣ ਦੀ ਬਜਾਏ ਘਾਟਾ ਪੈਣਾ ਕਿਤੇ ਨਾ ਕਿਤੇ ਜਾ ਕੇ। ਡਾਇਰੈਕਟਲੀ ਨਹੀਂ ਤਾਂ ਇਨਡਾਇਰੈਕਟਲੀ ਸੋਚੀਏ ਤਾਂ ਉਹ ਘਾਟਾ ਪੈਂਦਾ। ਹੌਲੀ ਹੌਲੀ ਬੱਚਿਆਂ ਦੇ ਵਿੱਚ ਜਿਵੇਂ ਜੂੰ ਚੱਚੜ ਪਿੱਸੂਆਂ ਦੀਆਂ ਪ੍ਰੋਬਲਮਾਂ ਆਉਂਦੀਆਂ, ਠੀਕ ਹੈ, ਤਾਂ ਉਹ ਹੌਲੀ ਹੌਲੀ ਘਟੀ ਜਾਂਦੇ ਹੈਗੇ ਜੀ। ਉਹਦੇ ਪੇਟ ਦੇ ਕੀੜੇ, ਬਾਹਰਲੇ ਕੀੜੇ, ਠੀਕ ਹੈ, ਖੂਨ ਚੂਸੀ ਜਾਂਦੇ ਹੈਗੇ।
ਤਾਂ ਇਸ ਤਰ੍ਹਾਂ ਆਪਾਂ ਨੂੰ ਉਹਨਾਂ ਨੂੰ ਬਚਾਉਣ ਲਈ ਇਹਨਾਂ ਨੂੰ ਸਾਫ਼ ਸਫਾਈ ਜਿਹੜੀ ਕਰਦੇ ਆ, ਰੱਖਣ ਦਾ ਸਾਰਾ ਪ੍ਰਬੰਧ ਕਰਦੇ ਆ ਜੀ। ਕੱਚੀ ਜਗ੍ਹਾ ਬਣਾਈ ਹੋਈ ਹੈਗੀ ਇਹਨਾਂ ਲਈ। ਅੱਛਾ, ਫਰਸ਼ ਨਹੀਂ ਹੈ? ਫਰਸ਼ ਨਹੀਂਗਾ, ਇਹ ਕੱਚੀ ਜਗ੍ਹਾ ਹੈ। ਇਹ ਮਿੱਟੀ ਵੀ ਚੇਂਜ ਕਰਦੇ ਆਂਗੇ, ਸਾਫ਼ ਸਫਾਈ ਡੇਲੀ ਹੁੰਦੀ ਹੈ। ਮਹੀਨੇ ਬਾਅਦ ਇਹਨਾਂ ਦੇ ਵਿੱਚ ਕਲੀ ਦਾ ਚੂਨੇ ਦਾ ਛਿੜਕਾਅ ਹੁੰਦਾ ਕਿ ਇਹਨਾਂ ਨੂੰ ਬੈਕਟੀਰੀਆ ਫ੍ਰੀ ਰੱਖਿਆ ਜਾਵੇ ਬੱਕਰੀਆਂ ਨੂੰ। ਤਾਂ ਇਹੀ ਗੱਲਾਂ ਆਪਾਂ ਧਿਆਨ ਨਾਲ, ਜਿਵੇਂ ਦੇਖ ਰਹੇ ਹੋ ਤੁਸੀਂ, ਤਾਜ਼ਾ ਪਾਣੀ ਇਹਨਾਂ ਨੂੰ ਡਰਮਾਂ ਦੇ ਵਿੱਚ ਪਾ ਕੇ ਰੱਖਿਆ ਜਾਂਦਾ ਹੈਗਾ ਤੇ ਵਧੀਆ ਕੁਆਲਿਟੀ ਦਾ ਇਹਨਾਂ ਨੂੰ ਦਾਣਾ, ਹਰਾ ਚਾਰਾ ਤੇ ਸੁੱਕਾ ਚਾਰਾ ਦਿੱਤਾ ਜਾਂਦਾ ਖੁਰਾਕ ਦੇ ਵਿੱਚ। ਤੁਸੀਂ ਗੱਲ ਕੀਤੀ ਸੀ ਕਿ ਜਿਹੜੀ ਬੱਕਰੀਆਂ ਨੂੰ ਪਾਲਣ ਦੀ ਟ੍ਰੇਨਿੰਗ ਹੈ, ਮਥੁਰਾ ਤੋਂ ਤੁਸੀਂ ਤਾਂ ਜਾ ਕੇ ਮਥੁਰਾ ਤੋਂ ਟ੍ਰੇਨਿੰਗ ਲੈ ਆਏ। ਹਾਂਜੀ। ਹੁਣ ਸਾਡੇ ਜਿਹੜੇ ਨੌਜਵਾਨ ਹੈ, ਮਥੁਰਾ ਤਾਂ ਕੋਈ ਜਾਣੋ ਨਹੀਂ ਰਿਹਾ, ਹੁਣ ਤੁਸੀਂ ਵੀ ਕੋਈ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਵੀ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਹੈ ਇਸ ਕਿੱਤੇ ਵੱਲ ਆਉਣ ਤੇ ਉਹਨਾਂ ਨੂੰ ਕੋਈ ਟ੍ਰੇਨਿੰਗ ਦਾ ਕੋਈ ਪ੍ਰਬੰਧ ਕਰਦੇ ਹੋ ਤੁਸੀਂ ਇਸ ਤਰ੍ਹਾਂ ਦਾ? ਹਾਂਜੀ, ਅਸੀਂ ਜ਼ਰੂਰ ਪਿਛਲੇ 2.5 ਸਾਲਾਂ ਤੋਂ ਕੀ ਹੈ ਆਪਣੇ ਜਿਹੜੀ ਸਰਕਾਰੀ ਯੂਨੀਵਰਸਿਟੀ ਹੈ ਹਿਸਾਰ, ਲਾਲਾ ਲਾਜਪਤ ਰਾਏ ਵੈਟਰਨਰੀ ਯੂਨੀਵਰਸਿਟੀ ਜੀ, ਉਹਨਾਂ ਨਾਲ ਇੱਕ ਮਤਲਬ ਉਹਨਾਂ ਦੀ ਗਾਈਡੈਂਸ ਦੇ ਅੰਡਰ ਆਪਾਂ ਸਰਸੇ ਜ਼ਿਲ੍ਹੇ ਦੇ ਵਿੱਚ ਆਪਣਾ ਫਾਰਮ ਹੀ ਇੱਕ ਇਹੋ ਜਿਹਾ ਇਕਲੌਤਾ ਫਾਰਮ ਹੈ ਜਿਹੜਾ ਕਿ ਸਰਕਾਰੀ ਟ੍ਰੇਨਿੰਗ ਅੱਜ ਪ੍ਰੋਵਾਈਡ ਕਰਵਾ ਰਿਹਾ ਹੈਗਾ, ਜਿਹਦੇ ਵਿੱਚ ਸਰਕਾਰੀ ਸਰਟੀਫਿਕੇਟ ਅਸੀਂ ਦਿੰਦੇ ਹਾਂ। 3 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਜੀ। ਤਾਂ ਜੋ ਟ੍ਰੇਨਿੰਗ ਆਪਾਂ ਨੂੰ ਮਥੁਰਾ ਮਿਲੀ, ਜੋ ਪ੍ਰੈਕਟੀਕਲ ਉੱਥੇ ਸਿੱਖੇ, ਉਹਨਾਂ ਦੀ ਹੀ ਅੱਜ ਸਾਨੂੰ ਟੈਕਨੀਕਲ ਸਪੋਰਟ ਵੀ ਹੈਗੀ ਹੈ। ਉਹੀ ਸੇਮ ਟ੍ਰੇਨਿੰਗ ਅਸੀਂ ਅੱਜ ਇੱਥੇ ਵੀ ਕਰਵਾ ਰਹੇ ਹਾਂ 3 ਦਿਨਾਂ ਦੀ, ਜਿਹਦਾ ਕਿ ਸਾਡਾ ਜਿਹੜਾ ਨਵਾਂ ਬੈਚ ਹੈ ਇਸੇ ਮਹੀਨੇ ਦੀ 16, 17 ਤੇ 18 ਜਿਹੜੀ ਸਤੰਬਰ ਤਰੀਕ ਹੈ ਉਹਦੇ ਵਿੱਚ ਹੋਣ ਜਾ ਰਿਹਾ ਹੈਗਾ। ਜੇ ਮਤਲਬ ਕੋਈ ਵੀ ਆਪਣਾ ਲੋਕਲ ਹੈ ਜਾਂ ਬਾਹਰ ਦਾ ਕੋਈ ਅਦਰ ਸਟੇਟ ਦਾ ਬੰਦਾ ਦੇਖ ਰਿਹਾ ਹੈਗਾ ਤਾਂ ਜੇ ਟ੍ਰੇਨਿੰਗ ਕਰਨਾ ਚਾਹੁੰਦਾ ਸਾਡੇ ਕੋਲੋਂ ਵੀ ਤਾਂ ਮਤਲਬ ਕਰ ਸਕਦਾ ਹੈਗਾ ਜੀ। ਠੀਕ ਹੈ ਜੀ। ਤੇ ਤੁਸੀਂ ਟ੍ਰੇਨਿੰਗ ਹੋਰ ਵੀ ਸੰਸਥਾਵਾਂ ਹੈਗੀਆਂ, ਪ੍ਰਾਈਵੇਟ ਹੈ, ਸਰਕਾਰੀ ਹੈ, ਯੂਨੀਵਰਸਿਟੀਆਂ ਹੋਰ ਦਾਇਰੇ ਹੈਗੇ ਆ ਕਿ ਉੱਥੋਂ ਟ੍ਰੇਨਿੰਗ ਲੈ ਕੇ ਆਪਣਾ ਕੰਮ ਸ਼ੁਰੂ ਕਰੋ। ਕੱਲੀਆਂ ਵੀਡੀਓ ਦੇਖ ਕੇ ਜਾਂ ਆਪਾਂ ਨਫਾ ਨੁਕਸਾਨ ਦੇਖ ਕੇ ਹੀ ਮਤਲਬ ਉਹਦੇ ਵੱਲ ਨਾ ਜਾਈਏ, ਤਾਂ ਪ੍ਰੋਪਰ ਜਾਣਕਾਰੀ ਇਕੱਠੀ ਕਰਕੇ ਇੱਕ ਨਹੀਂ ਘੱਟ ਤੋਂ ਘੱਟ 10 ਬੰਦਿਆਂ ਕੋਲੇ ਜਾਓ, ਕਾਮਯਾਬ ਬੰਦਿਆਂ ਕੋਲੇ ਵੀ ਜਾਓ, ਫੇਲੀਅਰ ਬੰਦਿਆਂ ਕੋਲੇ ਵੀ ਜਾਓ, ਸਾਰਾ ਕੁਝ ਉਹਨਾਂ ਤੋਂ ਇਨਫੋਰਮੇਸ਼ਨ ਇਕੱਠੀ ਕਰਕੇ ਫਿਰ ਤੁਸੀਂ ਇਹ ਕੰਮ ਸਟਾਰਟ ਕਰੋ। ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਬਣ ਗਿਆ, ਹਰ ਤਰ੍ਹਾਂ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਮਿਲਦੀ ਹੈ। ਤੁਸੀਂ ਵੀ ਸਮੇਂ-ਸਮੇਂ ਬੱਕਰੀਆਂ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਹੋ। ਜਦੋਂ ਤੁਹਾਡਾ ਵਪਾਰ ਛੋਟੇ ਲੈਵਲ ਤੋਂ ਵੱਡੇ ਪੱਧਰ ਦੇ ਉੱਤੇ ਜਾਂਦਾ ਹੈ, ਸੋਸ਼ਲ ਮੀਡੀਆ ਨੇ ਤੁਹਾਡੀ ਕਿੰਨੀ ਕੁ ਸਹਾਇਤਾ ਕੀਤੀ ਹੈ ਵੀ ਤੁਸੀਂ ਜਿਹੜਾ ਵਪਾਰ ਹੈ, ਤੁਹਾਡੇ ਕੋਲੇ ਫੋਨ ਕਾਲਸ ਆਉਣੇ ਲੋਕਾਂ ਦੇ ਤੇ ਲੋਕ ਖਰੀਦ ਵੇਚ ਵਾਸਤੇ ਵੀ ਬੱਕਰੀਆਂ ਆਉਣੇ, ਜਾਣਕਾਰੀ ਲੈਣ ਵਾਸਤੇ ਵੀ ਆਉਣੇ, ਸੋਸ਼ਲ ਮੀਡੀਆ ਨੇ ਕਿੰਨਾ ਕੁ ਤੁਹਾਡਾ ਸਾਥ ਦਿੱਤਾ ਹੈ ਇਸ ਕੰਮ ਦੇ ਵਿੱਚ? ਸੋਸ਼ਲ ਮੀਡੀਆ ਅੱਜ ਦੇ ਟਾਈਮ ਦੇ ਵਿੱਚ ਦੇਖੀਏ ਤਾਂ ਬਹੁਤ ਵੱਡੀ ਪਾਵਰ ਬਣ ਚੁੱਕੀ ਹੈ ਮਾਰਕੀਟਿੰਗ ਨੂੰ ਲੈ ਕੇ, ਠੀਕ ਹੈ, ਜਾਂ ਕਿਸੇ ਪਬਲਿਸਿਟੀ ਨੂੰ ਲੈ ਕੇ। ਤਾਂ ਜੇ ਕੋਈ ਬੰਦਾ ਇਸ ਚੀਜ਼ ਨੂੰ ਸਹੀ ਯੂਜ਼ ਕਰਦਾ ਹੈ ਤਾਂ ਇਹ ਅੱਜ ਮਤਲਬ ਆਪਣਾ ਮਾਰਕੀਟਿੰਗ ਨੂੰ ਲੈ ਕੇ ਬਹੁਤ ਵੱਡਾ ਸਾਧਨ ਬਣ ਚੁੱਕਿਆ ਹੈ। ਚਾਹੇ ਅੱਜ ਆਪਣੇ ਕੋਲੇ ਕੋਈ ਵੀ ਪ੍ਰੋਡਕਟ ਹੈ, ਮੈਂ ਲਾਈਵ ਸਟਾਕ ਦੀ ਗੱਲ ਨਹੀਂ ਕਰ ਰਿਹਾ, ਕੋਈ ਹੋਰ ਵੀ ਪ੍ਰੋਡਕਟ ਹੈਗਾ ਚਾਹੇ, ਤਾਂ ਅੱਜ ਤੁਸੀਂ ਤੁਹਾਡੇ ਕੋਲੇ ਕੋਈ ਪ੍ਰੋਡਕਟ ਆ, ਤੁਸੀਂ ਉਸ ਚੀਜ਼ ਨੂੰ ਸੇਲ ਕਰਨਾ, ਚਾਹੇ ਉਹ ਫਸਲ ਹੀ ਹੈ ਇੱਕ ਤਰ੍ਹਾਂ ਦੀ, ਤਾਂ ਤੁਸੀਂ ਅਗਰ ਸੋਸ਼ਲ ਮੀਡੀਆ ਤੇ ਆਪਣੀ ਕੁਆਲਿਟੀ ਦੀ ਕੀ ਹੈ ਗੁਣਵੱਤਾ ਹੈ ਉਹਦੀ ਦਿਖਾ ਕੇ, ਪ੍ਰੋਡਕਟ ਦਿਖਾ ਕੇ ਉਹਦਾ ਰੀਜ਼ਨੇਬਲ ਪ੍ਰਾਈਸ ਕੀ ਹੈ ਅੱਗੇ ਦੇ ਕੇ ਫਾਰਮਰ ਨੂੰ ਤੁਸੀਂ ਆਪਣੀ ਚੀਜ਼ ਘਰ ਬੈਠੇ ਵੇਚ ਸਕਦੇ ਹੋ। ਇਸ ਤਰ੍ਹਾਂ ਹੀ ਸਾਡੇ ਨਾਲ ਸੀਗਾ ਸ਼ੁਰੂ ਦੇ ਵਿੱਚ। ਸਾਨੂੰ ਵੀ ਇਹੀ ਹੁੰਦਾ ਸੀ ਵੀ ਅੱਜ ਆਪਾਂ ਫਾਰਮ ਕੀਤਾ, ਆਪਾਂ ਆਪਣੀ ਬੱਕਰੀ ਵੇਚਾਂਗੇ ਕਿੱਥੇ, ਕਿਉਂਕਿ ਆਪਾਂ ਬੱਕਰੀਆਂ ਤਾਂ ਪਾਲ ਰਹੇ ਸੀ, ਸਾਡੇ ਕੋਲੇ 15-20 ਤੋਂ 100 ਵੀ ਹੋ ਗਈ ਸੀ, 150 ਵੀ ਹੋ ਗਈ ਸੀ। ਹੁਣ ਜਿਹੜੀ ਆਪਣੇ ਫਾਰਮ ਦੀ ਸਟਰੈਂਥ ਹੈਗੀ 200 ਬੱਕਰੀ ਦੀ ਹੈਗੀ ਹੈ। ਇੱਥੇ ਹੁਣ ਡੇਲੀ ਦੀ ਦੇਖੋ ਟ੍ਰੇਡਿੰਗ ਵੀ ਚੱਲਦੀ ਹੈਗੀ ਤੇ ਫਾਰਮਿੰਗ ਵੀ ਹੋ ਰਹੀ ਹੈਗੀ। ਹੋਰ ਅਦਰ ਸਟੇਟਾਂ ਦੇ ਵਿੱਚੋਂ ਸਾਡੇ ਕੋਲ ਆਰਡਰ ਵੀ ਆਉਂਦੇ ਹੈਗੇ ਬੱਕਰੀਆਂ ਵੇਚਣ ਵਾਲੇ, ਖਰੀਦਣ ਵਾਲੇ। ਤਾਂ ਅਸੀਂ ਕੀ ਹੈ ਸਟਾਰਟਿੰਗ ਦੇ ਵਿੱਚ ਜਦੋਂ 2017 ਦੀ ਗੱਲ ਕਰੀਏ, 17 ਚ ਅਸੀਂ ਫਾਰਮ ਸ਼ੁਰੂ ਕੀਤਾ। 18 ਦੇ ਵਿੱਚ ਸਭ ਤੋਂ ਪਹਿਲਾਂ ਸਾਡੀ ਵੀਡੀਓ ਇੱਕ ਚੈਨਲ ਦੇ ਉੱਪਰ, ਫਾਰਮਿੰਗ ਲੀਡਰ ਚੈਨਲ ਹੈ, ਐਗਰੀਕਲਚਰ ਨਾਲ ਰਿਲੇਟਡ ਇੱਕ ਚੈਨਲ ਹੈ, ਉਹਦੇ ਤੇ ਅਸੀਂ ਆਪਣੀ ਵੀਡੀਓ ਅਪਲੋਡ ਕੀਤੀ ਸੀਗੀ ਪਹਿਲਾਂ। ਸਾਡੀ ਸਭ ਤੋਂ ਪਹਿਲੀ ਇੰਟਰਵਿਊ ਹੈ, ਠੀਕ ਹੈ। ਤਾਂ ਉਹ ਸਾਡੇ ਮਤਲਬ ਫਰੈਂਡ ਨੇ ਸਾਨੂੰ ਸਲਾਹ ਦਿੱਤੀ ਸੀਗੀ ਵੀ ਤੁਸੀਂ ਇਹ ਕੰਮ ਕਰ ਰਹੇ ਹੋ ਵਧੀਆ ਲੈਵਲ ਤੇ, ਤਾਂ ਤੁਸੀਂ ਆਪਣਾ ਚੈਨਲ ਇੱਕ ਕ੍ਰੀਏਟ ਕਰੋ। ਅਸੀਂ ਆਪਣਾ ਚੈਨਲ ਵੀ YouTube ਤੇ ਬਣਾਇਆ ਜਿਹਦਾ ਕਿ ਨਾਮ SR ਕਮਰਸ਼ੀਅਲ ਗੋਟ ਫਾਰਮ ਹੈ, ਤੇ ਉਹਦੇ ਨਾਲ ਜੁੜ ਕੇ ਅਸੀਂ ਬੱਕਰੀ ਪਾਲਣ ਧੰਦੇ ਦੇ ਬਾਰੇ ਹੀ ਵੀਡੀਓ, ਇਹਦੇ ਇਨਫੋਰਮੇਸ਼ਨ ਦੇ ਰਿਗਾਰਡਿੰਗ ਪਾਉਂਦੇ ਰਹੇ। ਤਾਂ ਅੱਜ ਚੈਨਲ ਵੀ ਵਧੀਆ ਗਰੋਥ ਕਰ ਰਿਹਾ ਤੇ ਲੋਕਾਂ ਨੂੰ ਉਹ ਤੋਂ ਬਹੁਤ ਹੈਲਪ ਵੀ ਮਿਲ ਰਹੀ ਹੈ। ਤੇ ਉਹਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਅੱਜ ਦੇਖੋ ਲੋਕ ਜੁੜੇ ਹੋਏ ਹੈ, ਪੂਰੀ ਦੁਨੀਆ 'ਚ ਜਾਣਦੇ ਆ। ਤਾਂ ਆਪਾਂ ਨੂੰ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਹੀ ਦੂਰ ਦੂਰ ਤੋਂ ਅੱਜ ਕੀ ਹੈ ਮਾਰਕੀਟਿੰਗ ਵੀ ਹੋ ਰਹੀ ਹੈ, ਉਹਦਾ ਬੈਨੀਫਿਟ ਇਹ ਵੀ ਹੋ ਰਿਹਾ ਹੈਗਾ।
ਅੱਜ ਆਪਾਂ ਨੂੰ ਚੀਜ਼ ਵੇਚਣ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ। ਤਾਂ ਦੂਰੋਂ ਆਪਣੇ ਕੋਲ ਆਰਡਰ ਆ ਜਾਂਦੇ ਆ ਬੀਟਲ ਦੇ। ਮਹਾਰਾਸ਼ਟਰ ਹੈ, ਕਰਨਾਟਕ ਹੈ, ਗੁਜਰਾਤ ਹੈ, ਅਸਾਮ ਹੈ, ਯੂਪੀ, ਬਿਹਾਰ, ਰਾਜਸਥਾਨ, ਹਰ ਜਗ੍ਹਾ ਤੋਂ ਕੋਈ ਇਹੋ ਜਿਹੀ ਸਟੇਟ ਨਹੀਂ ਗੀ ਜਿੱਥੋਂ ਤੱਕ ਕਿ ਆਪਾਂ ਆਪਣੀਆਂ ਬੱਕਰੀਆਂ ਸੇਲ ਨਾ ਕੀਤੀਆਂ ਹੋਣੀਆਂ। ਇਹ ਸਭ ਤੋਂ ਵੱਡੀ ਪਾਵਰ ਸੋਸ਼ਲ ਮੀਡੀਆ ਦੀ ਹੀ ਰਹੀ ਹੈ। ਸਾਡੇ YouTube ਚੈਨਲ ਦੇ ਕਰਕੇ ਹੀ ਮਤਲਬ ਇੰਨਾ ਕੁਝ ਹੋਇਆ ਸਟਾਰਟਿੰਗ 'ਚ। ਹਾਂਜੀ, ਬੜੀ ਵਧੀਆ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ। ਤੁਹਾਨੂੰ ਮਿਲ ਕੇ ਬੜਾ ਵਧੀਆ ਲੱਗਿਆ ਤੇ ਤੁਹਾਡਾ ਕੰਮ ਹੈ ਜਿਹੜਾ ਇਹ ਬੜਾ ਸੋਹਣਾ ਕੰਮ ਹੈ, ਨਵਾਂ ਹੈ, ਇੱਕ ਕਿਸਾਨਾਂ ਵਾਸਤੇ ਵੀ ਨਵਾਂ ਕੰਮ ਹੈ ਤੇ ਸਾਡੇ ਯੂਥ ਵਾਸਤੇ ਵੀ ਇਹ ਨਵੀਂ ਚੀਜ਼ ਹੈ ਵੀ ਉਹ ਇਸ ਚੀਜ਼ ਨਾਲ ਜੁੜ ਕੇ ਲਾਹਾ ਲੈ ਸਕਦੇ ਆ। ਟੌਪਿਕ ਟੀਵੀ ਨੂੰ ਤੁਸੀਂ ਸਮਾਂ ਦਿੱਤਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਧੰਨਵਾਦ, ਸ਼ੁਕਰੀਆ।